ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਵਾਇਮਾਨ ਸਮੂਹ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਜੋ ਗੁਰਮਤਿ ਸਮਾਗਮ ਕਈ ਦਿਨਾਂ ਤੋਂ ਵਿਦਿਆਰਥੀਆਂ ਦੇ ਮੁਕਾਬਲੇ ਹੋਏ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਜੋ ਗੁਰੂ ਪੰਥ ਦੀ ਬੜੀ ਸਤਿਕਾਰ ਸ਼ਖਸੀਅਤ ਨੇ, ਉਹਨਾਂ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਦੇ ਵਿੱਚ ਅੱਜ ਆਪਣੇ ਵਿਸ਼ੇ ਨੂੰ ਨਿਭਾਇਆ। ਔਰ ਕੋਈ ਵੀ ਜਿਹੜੀ ਜੀਵਤ ਕੌਮ ਹੈ, ਜੀਵਤ ਧਰਮ ਹੈ, ਉਹਦੀਆਂ ਵਿਚਾਰ ਗੋਸ਼ਟੀਆਂ ਵੀ ਚੱਲਦੀਆਂ ਰਹਿਣੀਆਂ ਚਾਹੀਦੀਆਂ, ਕਿਉਂਕਿ ਗਿਆਨ ਇੱਕ ਆਦਾਨ ਪ੍ਰਦਾਨ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਇਹ ਸਮਰਪਿਤ ਹੈ ਸਮਾਗਮ। ਸਤਿਗੁਰਾਂ ਦੀ ਆਮਦ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ, ਤੀਸਰ ਪੰਥ, ਗੁਰੂ ਪੰਥ, ਖਾਲਸਾ ਪੰਥ, ਨਿਆਰਾ ਪੰਥ, ਗੁਰਮੁਖ ਪੰਥ, ਯੋਧਾ ਪੰਥ, ਵੀਰ ਪੰਥ, ਜਿਹਨੂੰ ਅਸੀਂ ਸੰਪਰਦਾਇ ਭਾਸ਼ਾ ਵਿੱਚ ਪਰਿਆਇਵਾਚੀ ਸ਼ਬਦ ਕਹਿੰਦੇ ਹਾਂ, ਬਰਾਬਰ ਦੇ ਅਰਥਾਂ ਵਿੱਚ। ਇਹ ਸਮਰਥ ਕੋਸ਼ ਦੇ ਵਿੱਚ ਬਹੁਤ ਸਾਰੇ ਵਿਸ਼ੇਸ਼ਣਾਂ ਦੇ ਨਾਲ ਇਸ ਪੰਥ ਨੂੰ ਜਿਹੜਾ ਉਹ ਵਡਿਆਇਆ ਜਾਂਦਾ ਹੈ ਜਾਂ ਵਿਆਖਿਆ ਕੀਤੀ ਜਾਂਦੀ ਹੈ। ਔਰ ਇਸ ਪੰਥ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਤਿਗੁਰਾਂ ਨੇ ਭਾਰਤੀ ਸੱਭਿਆਚਾਰ ਵਿੱਚ ਸਿੱਖ ਸੱਭਿਆਚਾਰ ਸਿਰਜਿਆ। ਜਿੰਨੀ ਸਾਡੀ ਵਿਆਖਿਆਕਾਰੀ ਹੈ, ਕਿਉਂਕਿ ਹਰ ਧਰਤੀ ਦਾ ਇੱਕ ਕਲਚਰ ਜਾਂ ਸੱਭਿਆਚਾਰ ਹੈ ਤੇ ਹਰ ਸੱਭਿਆਚਾਰ ਦਾ ਇੱਕ ਆਪਣਾ ਵਜੂਦ ਹੈ। ਕਿਉਂਕਿ ਮੇਰਾ ਵਿਸ਼ਾ ਜਿਹੜਾ ਅੱਜ ਦਾ ਅਸੀਂ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਨਾਲ ਸੰਬੰਧਿਤ ਹੈ, ਤਾਂ ਇਹਦੀ ਹੋਂਦ ਦਾ ਆਧਾਰ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਿਰਜਿਆ ਹੋਇਆ ਇਹ ਸਿੱਖ ਸੱਭਿਆਚਾਰ ਹੈ। ਤੇ ਸੱਭਿਆਚਾਰ ਨੂੰ ਕਈ ਵਾਰੀ ਸਾਡਾ ਸਮਾਜ ਕੇਵਲ ਗਾਉਣ ਪਾਣੀ ਤੱਕ ਸੀਮਿਤ ਕਰਕੇ ਰਹਿ ਜਾਂਦਾ ਹੈ, ਪਰ ਸੱਭਿਆਚਾਰ ਇੱਕ ਬਹੁਤ ਵੱਡਾ, ਜਿਹਨੂੰ ਕਹਿੰਦੇ ਵਰਤਾਰਾ ਹੈ, ਵਜੂਦ ਹੈ, ਕਿ ਕਿਸੇ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਦਾ, ਉਹਨਾਂ ਦੀ ਜੀਵਨ ਜੁਗਤ, ਉਹਨਾਂ ਦਾ ਗੀਤ ਸੰਗੀਤ, ਉਹਨਾਂ ਦੀ ਭਾਸ਼ਾ, ਉਹਨਾਂ ਦਾ ਲੋਕ ਵਿਹਾਰ, ਉਹਨਾਂ ਦੇ ਜਨਮ ਸੰਸਕਾਰ, ਮ੍ਰਿਤਕ ਸੰਸਕਾਰ, ਵਿਆਹ ਸੰਸਕਾਰ, ਉਹਨਾਂ ਦਾ ਜਾਗਣਾ, ਉਹਨਾਂ ਦਾ ਸੌਣਾ, ਉਹਨਾਂ ਦੀ ਸਮੁੱਚੀ ਹੋਂਦ ਦਾ ਨਾਂ ਸੱਭਿਆਚਾਰ ਹੈ। ਉਸ ਸੱਭਿਆਚਾਰ ਵਿੱਚ ਭਾਸ਼ਾ ਇੱਕ ਆਪਣਾ ਵਜੂਦ ਰੱਖਦੀ ਹੈ। ਜਿਵੇਂ ਪਹਿਲਾਂ ਵੀ ਸ਼ਬਦ ਆਇਆ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਇਹ ਜਿਹੜਾ ਭਾਰਤੀ ਲੋਕ ਸਨ, ਜਿਹੜਾ ਵੀ ਰਾਜ ਸੱਤਾ ਤੇ ਬੈਠ ਜਾਂਦਾ ਸੀ, ਜਿਹੜੀ ਉਹ ਬੋਲੀ ਬੋਲਦਾ ਸੀ, ਇਹ ਬੋਲੀ ਉਹ ਗ੍ਰਹਿਣ ਕਰ ਲੈਂਦੇ ਸਨ। ਜਿਹੜਾ ਉਹ ਪਹਿਰਾਵਾ ਪਹਿਨਦਾ ਸੀ, ਇਹ ਉਸੇ ਪਹਿਰਾਵੇ ਪਿੱਛੇ ਲੱਗ ਜਾਂਦੇ ਸਨ। ਇਸ ਲਈ ਸਤਿਗੁਰੂ ਕਹਿੰਦੇ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ। ਕਸ਼ੱਤਰੀ ਦਾ ਧਰਮ ਹੈ ਕਿ ਉਹ ਸ਼ਸਤਰ ਵਿੱਦਿਆ ਦਾ ਗਿਆਤਾ ਹੈ, ਕਹਿੰਦੇ ਉਹਨੇ ਉਹ ਵੀ ਧਰਮ ਛੱਡਤਾ। ਤੇ ਮਲੇਸ਼ ਹੁੰਦਾ ਜਿਹਦੀ ਮਲ ਇੱਛਾ, ਮਲ ਇੱਛਾ ਵਾਲਾ, ਜਿਹਦੀ ਇੱਛਾ ਵਿੱਚ ਮਲੀਨਤਾ ਹੈ, ਬੇਈਮਾਨੀ ਹੈ, ਸ਼ਬਦ ਮਲੇਸ਼ ਸ਼ਬਦ ਪ੍ਰਚਲਿਤ ਹੋਇਆ। ਗਹੀ ਹੁੰਦਾ ਪਕੜਿਆ, ਜਿਵੇਂ ਪਾਏ ਗਹੇ, ਜਦੋਂ ਤੇ ਚਰਨ ਪਕੜੇ ਨੇ। ਇਹਨਾਂ ਨੇ ਆਪਣਾ ਧਰਮ ਵੀ ਛੱਡਤਾ, ਇਹਨਾਂ ਨੇ ਭਾਸ਼ਾ ਵੀ ਉਹ ਪਕੜੀ ਜਿਹੜੀ ਮਲ ਇੱਛਾ ਵਾਲਿਆਂ ਦੀ ਹੈ। ਤੇ ਜਿਨ੍ਹਾਂ ਦੀ ਮਲ ਇੱਛਾ ਹੋਵੇ, ਉਹ ਹਮੇਸ਼ਾ ਭਾਸ਼ਾ ਤੋਂ, ਸੱਭਿਆਚਾਰ ਤੋਂ, ਹੋਂਦ ਤੋਂ ਤੋੜਦੇ ਹੁੰਦੇ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਦਾ ਭ੍ਰਮਣ ਕੀਤਾ, ਜਾਹਰ ਪੀਰ ਜਗਤ ਗੁਰ ਬਾਬਾ, ਸੰਸਾਰ ਨੂੰ, ਸਮੁੱਚੇ ਵਿਸ਼ਵ ਨੂੰ ਗਿਆਨ ਪ੍ਰਦਾਨ ਕੀਤਾ। ਇਸ ਧਰਤੀ ਦੇ ਲੋਕ, ਕਿਉਂਕਿ ਜਿਹੜੀ ਸਾਡੀ ਭਾਰਤੀ ਧਰਮ ਸੱਭਿਆਚਾਰ ਸੀ, ਇਹਦੇ ਵਿੱਚ ਜਿਹੜੀ ਦੇਵੀ ਭਾਸ਼ਾ, ਉਹ ਸੰਸਕ੍ਰਿਤ ਨੂੰ ਪ੍ਰਵਾਨ ਕੀਤਾ ਸੀ ਵੀ ਜਿਹੜਾ ਗ੍ਰੰਥ ਸੰਸਕ੍ਰਿਤ ਵਿੱਚ ਹੋਏਗਾ, ਜਿਹੜੇ ਵਿਦਵਾਨ ਨੂੰ ਸੰਸਕ੍ਰਿਤ ਆਉਂਦੀ ਹੋਏਗੀ, ਉਹ ਤਾਂ ਵੱਡਾ ਵਿਦਵਾਨ ਹੋਏਗਾ। ਆਹ ਜਿਹੜੀ ਭਾਸ਼ਾ ਸਾਡੀ, ਇਹਨੂੰ ਗੰਵਾਰ ਬੋਲੀ ਜਾਂ ਪੇਂਡੂ ਭਾਸ਼ਾ ਜਾਂ ਸਧਾਰਨ ਸ਼ਬਦਾਂ 'ਚ ਇਹਦੇ ਲਈ ਬਹੁਤ ਸਾਰੇ ਅਪਮਾਨਜਨਕੀ ਸ਼ਬਦ ਸਨ, ਸਤਿਕਾਰਤ ਸ਼ਬਦ ਨਹੀਂ ਸਨ। ਜਿਹੜਾ ਉਹ ਪੰਡਿਤ ਨਿਹਾਲ ਸਿੰਘ ਲਾਹੌਰੀ ਨੇ ਲਿਖਿਆ ਨਾ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੌਕ, ਮੋਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ। ਇਹ ਮਹਾਨ ਕੋਸ਼ ਵਿੱਚ ਪੰਡਿਤ ਨਿਹਾਲ ਸਿੰਘ ਲਾਹੌਰੀ ਦਾ ਕਾਵਿ ਬੰਦ ਹੈ। ਉਹ ਕਹਿੰਦਾ ਕਈਆਂ ਨੂੰ ਤਾਂ ਹੰਕਾਰ ਆ ਵੀ ਮੈਨੂੰ ਦੇਵ ਬਾਣੀ ਆਉਂਦੀ ਹੈ,
ਤੇ ਦੇਵ ਬਾਣੀ ਕੀ ਹੈ? ਸੰਸਕ੍ਰਿਤ ਹੈ। ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ। ਕਿਸੇ ਨੂੰ ਪਰਸ਼ੀਅਨ ਆਉਂਦੀ ਹੈ, ਕਿਸੇ ਨੂੰ ਮਜਾਜ ਹੈ ਕਿ ਮੇਰੀ ਸੰਤਗਿਰੀ ਹੈ, ਕਿਸੇ ਨੂੰ ਮਜਾਜ ਹੈ ਕਿ ਮੇਰੇ ਕੋਲ 4 ਸਿਆਣਿਆਂ ਦੀ ਚੌਕੜੀ ਹੈ, ਜਦੋਂ ਲੋੜ ਪੈ ਗਈ ਸਲਾਹ ਲੈ ਲਾਂਗਾ। ਕਹਿੰਦੇ ਮੋਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ। ਉੱਥੇ ਆ ਕੇ ਉਸ ਬੋਲੀ ਦਾ ਵਰਣਨ ਇਸ ਲਈ ਕਰਦੇ ਆ, ਹਾਲਾਂਕਿ 19ਵੀਂ ਸਦੀ ਦੀ ਕਾਵ ਕਲਾ ਹੈ। ਸਤਿਗੁਰਾਂ ਨੇ ਦੇਖਿਆ ਕਿ ਇਹ ਭਾਸ਼ਾ ਜਿਹੜੀ ਲੋਕਾਂ ਨੂੰ ਆਉਂਦੀ ਨਹੀਂ, ਲੋਕਾਂ ਦੀ ਸਮਝ ਵਿੱਚ ਕੋਈ ਨਹੀਂ। ਜਿਸ ਭਾਸ਼ਾ 'ਚ ਇਹਨਾਂ ਨੂੰ ਗਿਆਨ ਦਿੱਤਾ ਜਾਂਦਾ ਹੈ, ਉਹ ਗਿਆਨ ਦੀ ਵੀ ਇੱਕ ਸੀਮਾ ਹੈ, ਕਿਸੇ ਨੂੰ ਅਧਿਕਾਰ ਹੈ, ਕਿਸੇ ਨੂੰ ਨਹੀਂ ਹੈ। ਤਾਂ ਜਿਹੜੇ ਲੋਕ ਆਪਣੀ ਭਾਸ਼ਾ ਤੋਂ, ਬੋਲੀ ਤੋਂ ਟੁੱਟਣਗੇ, ਨਾ ਇਹ ਧਰਮ ਤੇ ਰਹਿਣਗੇ, ਨਾ ਇਹਨਾਂ ਵਿੱਚ ਹੋਂਦ ਰਹੇਗੀ, ਨਾ ਗੈਰਤ ਰਹੇਗੀ, ਨਾ ਜੁਰਤ ਰਹੇਗੀ, ਨਾ ਦਲੇਰੀ ਰਹੇਗੀ, ਨਾ ਹਿੰਮਤ ਰਹੇਗੀ, ਨਾ ਸਵੈ ਵਿਸ਼ਵਾਸ ਰਹੇਗਾ। ਇਸ ਲਈ ਸਤਿਗੁਰਾਂ ਨੇ ਭਾਰਤੀਆਂ ਨੂੰ ਵੰਗਾਰ ਪਾਈ ਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਹੇ, ਸਭ ਹਰਾਮ ਜੇਤਾ ਕਿਛ ਖਾਏ। ਸਤਿਗੁਰੂ ਕਹਿੰਦੇ ਇਸ ਤੇ ਜਿਉਂਦਾ ਉਹਨੂੰ ਮੰਨਦੇ ਆ ਜਿਹਦੇ ਮਨ ਵਿੱਚ ਉਹ ਕਰਤਾ ਅਕਾਲ ਪੁਰਖ ਵਸਦਾ ਹੈ, ਦੂਸਰੇ ਜਿਉਂਦੇ ਨਹੀਂ ਹੈ। ਪਰ ਜੇ ਪੱਤ ਲੁਹਾ ਕੇ ਸੰਸਾਰ ਦੇ ਲੋਕ ਜਿਉਂਦੇ ਹੈ, ਜੋ ਕੁਛ ਵੀ ਖਾਂਦੇ ਆ ਇਹ ਹਰਾਮ ਖਾਣ ਦੇ ਬਰਾਬਰ ਹੈ। ਇਹ ਇੱਕ ਜਾਗਰਤੀ ਸੀ ਇਸ ਧਰਤੀ ਦੀ ਕਿ ਇਹਨਾਂ ਦੀ, ਮੈਂ ਅੱਜ ਵੀ ਭਾਵੇਂ ਮੈਂ ਬਤੌਰ ਪ੍ਰਿੰਸੀਪਲ ਖਾਲਸਾ ਸਕੂਲ ਵਿੱਚ ਸਰਵਿਸ ਕਰਦਾ, ਅਸੀਂ ਹੁਣ ਉਹਦੇ ਵਿੱਚ ਹੋਰ ਇਹ ਵਾਧਾ ਕੀਤਾ ਕਿ ਹਰ ਬੱਚੇ ਨੂੰ ਹੀ 5 ਬਾਣੀਆਂ ਦੀ ਨਿਤਨੇਮ ਦੀ ਸੰਥਿਆ ਇਸ ਸੈਸ਼ਨ ਤੋਂ ਅਸੀਂ ਸਪੈਸ਼ਲ ਰੂਮ ਜਿਹੜਾ ਤਿਆਰ ਕਰਾ ਰਹੇ ਹਾਂ ਕਿ ਸਾਡੇ ਖਾਲਸਾ ਸੰਸਥਾਵਾਂ ਨੇ, ਸਾਡੇ ਪ੍ਰਬੰਧਕਾਂ ਦੀ ਵੀ ਭਾਵਨਾ ਹੈ ਕਿ ਇਹਦੇ ਵਿੱਚ ਖਾਲਸਾਈ ਵਜੂਦ ਜਿਹੜਾ ਹੈ, ਬੱਚੇ ਤੇ ਇੱਕ ਛਾਪ ਹੋਵੇ। ਸਿਲੇਬਸ ਤੇ ਸਰਕਾਰੀ ਸਕੂਲ ਨੇ ਪੜ੍ਹਾ ਲੈਣਾ, ਸਿਲੇਬਸ ਤੇ ਹਰ ਇੱਕ ਨੇ ਪੜ੍ਹਾ ਲੈਣਾ, ਸਿਲੇਬਸ ਤੋਂ ਵੱਖਰੀ ਸਾਡੀ ਹੋਂਦ ਕੀ ਹੋਵੇ। ਉੱਥੇ ਉਹਨਾਂ ਨੂੰ ਨਿਤਨੇਮ ਦੀਆਂ ਬਾਣੀਆਂ ਦੀ ਸੰਥਿਆ ਵੀ ਹੋਵੇ, ਉੱਥੇ ਜਿਹੜਾ ਕੀਰਤਨ ਸਿੱਖਣਾ ਚਾਹੁੰਦਾ ਉਹਦੇ ਲਈ ਕੀਰਤਨ ਕਲਾਸ ਵੀ ਹੋਵੇ, ਉਹਦੇ ਲਈ ਲਾਇਬ੍ਰੇਰੀ ਕੰਪਲਸਰੀ ਵੀ ਹੋਵੇ ਕਿ ਉਹ ਲਾਇਬ੍ਰੇਰੀ 'ਚ ਪੜ੍ਹੇਗਾ, ਬਹੁਤ ਕੁ ਵਿਕਾਸ ਹੋਏਗਾ। ਉਹਦੇ ਵਿੱਚ ਜਿਹੜਾ ਸਾਡਾ ਬਾਕੀ ਸੰਬੰਧਤ ਹੈ, ਕੋਈ ਭਾਸ਼ਣ ਕਰ ਸਕਦਾ ਹੈ, ਕੋਈ ਕਵਿਤਾ ਬੋਲ ਸਕਦਾ ਹੈ, ਜਾਂ ਸਾਡੀਆਂ ਜਿਹੜੀਆਂ ਇੱਕ ਗੋਸ਼ਟੀਆਂ ਨੇ, ਛੋਟੇ ਛੋਟੇ ਸੰਵਾਦ ਵਾਸਤੇ ਅਸੀਂ ਸੈਮੀਨਾਰ ਹਾਲ ਵੀ ਬਣਾਇਆ ਕਿ ਸਾਡੇ ਬੱਚੇ ਡੈਕਸਾਂ ਤੋਂ ਉੱਠ ਕੇ ਉਹ ਸੰਵਾਦ ਵੀ ਰਚਾਉਣ। ਕੋਈ ਭਾਈ ਪਿੰਦਰਪਾਲ ਸਿੰਘ ਵੀ 2-3 ਮਹੀਨੇ ਪਹਿਲਾਂ ਆਏ ਸੀ, ਅਸੀਂ ਵਿਦਿਆਰਥੀਆਂ ਦੇ ਰੂਬਰੂ ਕੀਤਾ ਕਿ 1-2 ਵਾਲੇ ਵਿਦਿਆਰਥੀਆਂ ਨਾਲ ਇਹ ਰੂਬਰੂ ਹੋਣ। ਜਪਜੀ ਸਾਹਿਬ ਤੇ ਬਹੁਤ ਕਮਾਲ ਦਾ ਭਾਈ ਸਾਹਿਬ ਹੋਰਾਂ ਨੇ 1 ਘੰਟਾ ਵਿਚਾਰ ਗੋਸ਼ਟੀ ਕੀਤੀ। ਉਹਦਾ ਕਾਰਨ ਹੈ ਕਿ ਬੱਚਿਆਂ 'ਚ ਭਾਵਨਾ ਪੈਦਾ ਹੋਵੇ, ਸੰਸਕਾਰ ਇਹਨਾਂ ਦੇ ਬਣਨ ਕਿ ਇਹ ਜਿਹੜਾ ਅਸੀਂ ਪਾਠ ਕਰਦੇ ਹਾਂ ਇਹਦੀ ਸ਼ਕਤੀ ਕੀ ਹੈ, ਇਹਦੀ ਹੋਂਦ ਕੀ ਹੈ। ਮੈਂ ਇੱਕ ਵਾਰੀ 1997 'ਚ ਨਿਊਯਾਰਕ 'ਚ ਹਰਭਜਨ ਸਿੰਘ ਯੋਗੀ ਦਾ ਕੈਂਪ ਲੱਗਾ ਸੀ ਉਦੋਂ, ਤੇ ਮੈਂ ਉੱਥੇ ਅਟੈਂਡ ਕਰਨ ਦਾ ਮੌਕਾ ਮਿਲਿਆ। ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ, ਮੈਂ ਸੰਗਤ ਨਾਲ ਸਾਂਝੀ ਕਰਦਾ ਹੁੰਦਾ। ਉਹਨਾਂ ਦਾ ਇੱਕ ਬਚਨ ਸੀ ਕਿ ਤੁਸੀਂ ਕਿਸੇ ਵੀ ਕੰਮ ਤੇ ਚੱਲਿਓ, ਤੁਸੀਂ ਦੁਕਾਨ ਖੋਲਣ ਲੱਗੇ ਹੋ, ਡਰਾਈਵਿੰਗ ਕਰਨ ਚੱਲੇ ਹੋ, ਤੁਸੀਂ ਐਗਜ਼ਾਮ ਦੇਣ ਚੱਲੇ ਹੋ, ਇੰਟਰਵਿਊ ਤੇ ਚੱਲੇ ਹੋ, ਤੁਸੀਂ ਹਨੇਰੇ 'ਚ ਸਫ਼ਰ ਕਰਨ ਲੱਗੇ ਹੋ, ਬੰਦਾ ਮਨ ਕਰਕੇ ਡੋਲਦਾ ਵੀ ਹੈ। ਉਹ ਕਹਿੰਦੇ ਤੁਸੀਂ 5 ਮੂਲ ਮੰਤਰ ਦੇ ਪਾਠ ਕਰਕੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਤੁਰ ਪੋ, ਤੁਹਾਡੀ ਹਰ ਮੈਦਾਨੇ ਫਤਿਹ ਹੋਏਗੀ, ਅਕਾਲ ਪੁਰਖ ਤੁਹਾਡੇ ਅੰਗ ਸੰਗ ਹੈ। ਮੈਨੂੰ ਇਹ ਉਹਨਾਂ ਦੀ ਜਿਹੜੀ ਭਾਵਨਾ ਉਹਨਾਂ ਦੇ ਸਿੱਖਾਂ 'ਚੋਂ ਨਜ਼ਰ ਆਈ, ਕਿਉਂਕਿ ਜਿੱਥੇ ਉੱਥੇ ਉਹਨਾਂ ਦੇ ਜਿੰਨੇ ਵੀ ਉਹ ਮੰਨਣ ਵਾਲੇ ਨੇ ਜਾਂ ਉਹਨਾਂ ਦੇ ਜਿਹੜੇ ਸੰਪਰਕ ਵਿੱਚ ਕਹਿ ਲਓ, ਹੈ ਤਾਂ ਗੁਰੂ ਦੇ ਸਿੱਖ ਨੇ ਸਾਰੇ, ਜਿਹੜੇ ਸੰਪਰਕ ਵਿੱਚ ਨੇ, ਉਹ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਵੀ ਸੀਟ ਤੇ ਬੈਠ ਕੇ 5 ਮੂਲ ਮੰਤਰ ਦੇ ਪਾਠ ਕਰਕੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਤੁਰਦੇ ਆ ਕਿ ਉਹ ਕਹਿੰਦੇ ਗੁਰੂ ਸਾਡੇ ਅੰਗ ਸੰਗ ਹੈ। ਨਾ ਕੋਈ ਘਟਨਾ ਹੋਏਗੀ, ਨਾ ਡਰ ਹੋਏਗਾ। ਬੱਚਾ ਇੰਟਰਵਿਊ ਤੇ ਜਾਂਦਾ ਡਿਪਰੈਸ਼ਨ 'ਚ ਹੈ, ਬੱਚਾ ਐਗਜ਼ਾਮ ਦੇਣ ਚੱਲਿਆ ਉਹ ਟੈਨਸ਼ਨ ਦੇ ਵਿੱਚ ਹੈ। ਕੋਈ ਵੀ ਮਨੁੱਖ ਕਿਸੇ ਵੀ ਉਮਰ ਦੇ ਵਿੱਚ ਹੈ, ਭਾਵੇਂ ਡਾਕਟਰ ਕੋਲੋਂ ਦਵਾਈ ਲੈਣ ਵੀ ਚੱਲਿਆ ਹੋਵੇ ਬੰਦਾ, ਫਿਰ ਵੀ ਕਿਤੇ ਨਾ ਕਿਤੇ ਡਰਿਆ ਹੁੰਦਾ। ਉਹ ਜਿਹੜੇ ਡਰ ਨੇ ਉਹਦੀ ਖੁਰਾਕ ਸਾਨੂੰ ਉਸ ਭਾਸ਼ਾ 'ਚੋਂ ਮਿਲ ਸਕਦੀ ਜੋ ਗੁਰੂ ਨੇ ਬਖਸ਼ਿਸ਼ ਕੀਤੀ। ਇਸ ਲਈ ਸਤਿਗੁਰਾਂ ਨੇ ਸਮੁੱਚੀ ਮਾਨਵਤਾ ਨੂੰ, ਇਸ ਧਰਤੀ ਦੇ ਜਿਹੜੇ ਲੋਕ ਆ, ਇਹਨਾਂ ਨੂੰ ਇਹ ਭਾਸ਼ਾ ਦਾ ਮਾਣ ਦਿੱਤਾ ਕਿ ਤੁਹਾਡੇ ਸੱਭਿਆਚਾਰ ਦਾ ਹਿੱਸਾ ਹੈ ਤੁਹਾਡੀ ਭਾਸ਼ਾ। ਭਾਸ਼ਾ ਗਵਾਚ ਜੇ ਤੇ ਤੁਹਾਡਾ ਸੱਭਿਆਚਾਰ ਵੀ ਗਵਾਚ ਗਿਆ। ਛੋਟੇ ਛੋਟੇ ਸ਼ਬਦ ਨੇ, ਪਹਿਲਾਂ ਮੈਨੂੰ ਵੀ ਅਰਥ ਨਹੀਂ ਸੀ ਆਉਂਦੇ, ਐਵੇਂ ਕਹਾਂ ਪੜ੍ਹਦਿਆਂ ਪੜ੍ਹਾਉਂਦੇ ਅਰਥ ਹੁੰਦੇ ਨੇ। ਮੈਂ ਕਹਿੰਦਾ ਉਹਨਾਂ 2 ਸਾਲ ਦੇ ਬੱਚੇ ਨੂੰ 1.5 ਸਾਲ ਦੇ ਨੂੰ ਅਸੀਂ ਬੋਲਣਾ ਸਿਖਾਉਂਦੇ ਆ, ਉਹ ਸਰਲ ਸ਼ਬਦ ਬੋਲਦਾ, ਬਾਬਾ, ਪਾਪਾ, ਮਾਮਾ, ਦਾਦਾ, ਇਹ ਸਾਡੇ ਲੋਕ ਭਾਸ਼ਾ ਦੇ ਸ਼ਬਦ ਨੇ। ਬਾਪੂ, ਬੱਚਾ ਬਾਪੂ ਵੀ ਬਣ ਜਾਂਦਾ, ਉਹਨੂੰ ਇਹ ਨਹੀਂ ਪਤਾ ਲੱਗਦਾ ਮੈਨੂੰ ਬਾਪੂ ਕਹਿੰਦੇ ਕਿਉਂ। ਜੋ ਮੈਂ ਪੜ੍ਹਿਆ ਇਹ ਸ਼ਬਦ ਹੈ ਬਾਪੂ,
ਭੂ ਅਸੀਂ ਭੋਏ ਨੂੰ ਕਹਿੰਦੇ, ਜਾਇਦਾਦ ਨੂੰ ਕਹਿੰਦੇ। ਜਿਵੇਂ ਭੂ ਗੋਲ, ਭੋਏ ਬਾਰੇ, ਜ਼ਿਮੀ ਬਾਰੇ ਸਾਡਾ ਜਿਹੜਾ ਗਿਆਨ ਹੈ। ਬਾ ਪਰਸ਼ੀਅਨ ਵਿੱਚ ਸਾਥ ਨੂੰ ਕਹਿੰਦੇ, ਬਾ ਅਕਲ ਬੇਅਕਲ। ਲਾਂ ਨਾਲ ਤੇ ਕੰਨੇ ਨਾਲ ਅਰਥ ਬਦਲ ਜਾਂਦੇ ਨੇ। ਬਾ ਅਕਲ ਜਿਹਨੂੰ ਅਕਲ ਬਹੁਤ ਹੈ, ਬੇਅਕਲ ਜਿਹਨੂੰ ਬਿਲਕੁਲ ਅਕਲ ਨਹੀਂ ਹੈ। ਬਿੰਦੀ ਨਾਲ ਅਰਥ ਬਦਲ ਜਾਂਦੇ ਨੇ। ਜ਼ਫਰਨਾਮਾ, ਜਫਰ ਜਾਲਣੇ। ਪੰਜਾਬੀ 'ਚ ਜਫਰ ਜਾਲਣੇ, ਜੱਜੇ ਪੈਰ ਬਿੰਦੀ ਨਹੀਂ ਹੈ, ਇਹਦਾ ਅਰਥ ਹੈ ਦੁੱਖ ਸਹਿਣੇ। ਫਾਰਸੀ ਵਿੱਚ ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ, ਜ਼ਫਰ ਜਿੱਤ, ਜ਼ਫਰਨਾਮਾ ਜਿੱਤ ਦਾ ਖਤ, ਫਤਿਹ ਦਾ ਖਤ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰੰਗਜ਼ੇਬ ਬਾਦਸ਼ਾਹ ਨੂੰ ਲਿਖਿਆ। ਹੁਣ ਔਰੰਗ ਤਖਤ, ਜ਼ੇਬ ਸ਼ਿੰਗਾਰ। ਉਹੀ ਜ਼ੇਬ ਸਾਡੀ ਜੇਬ ਪੰਜਾਬੀ ਵਿੱਚ। ਜੇਬ ਕਿਉਂਕਿ ਸਾਰੀ ਕਮੀਜ਼ ਦਾ ਸ਼ਿੰਗਾਰ ਹੈ। ਜੋ ਧਨ ਪ੍ਰਾਪਰਟੀ ਬੰਦੇ ਕੋਲ ਹੈ ਉਹ ਹੈ ਤਾਂ ਉਹਦੀ ਜੇਬ ਵਿੱਚ ਹੈ, ਚਾਹੇ ਉਹਦਾ ਕਮੀਜ਼ ਪਾਉਂਦਾ ਹੈ, ਸ਼ਰਟ ਪਾਉਂਦਾ ਹੈ। ਜੇਬ ਸ਼ਬਦ ਇੱਕ ਦੂਸਰੇ ਚੋਂ ਬਦਲ ਕੇ ਆਉਂਦੇ ਨੇ। ਤਾਂ ਮੇਰੇ ਕਹਿਣ ਤੋਂ ਭਾਵ ਜਦੋਂ ਉਹ ਸ਼ਬਦ ਹੈ ਬਾ ਭੂ, ਜਿਹਦੇ ਭੋਏ ਜਾਇਦਾਦ ਜਿਹਦੇ ਸਾਥ ਹੈ, ਉੱਥੋਂ ਹੀ ਸ਼ਬਦ ਬਣਿਆ ਭੂਮੀ ਰਾ ਭਰਾ। ਜਿਹੜਾ ਜਾਇਦਾਦ ਤੋਂ ਪ੍ਰਾਪਰਟੀ ਚੋਂ ਹਿੱਸੇਦਾਰ ਹੈ ਉਹ ਭੂਮੀ ਰਾ ਭਰਾ। ਉਹੀ ਸ਼ਬਦ ਭੂਮੀ ਐਣ, ਭੋਏ ਚੋਂ ਜਿਹੜੀ ਹਿੱਸਾ ਰੱਖ ਸਕਦੀ ਉਹ ਭੈਣ ਹੈ। ਉੱਥੇ ਤੋਂ ਸ਼ਬਦ ਬਣਿਆ ਭੂਆ, ਜਿਹੜੀ ਭੋਏ 'ਚ ਹਿੱਸੇਦਾਰ ਹੈ। ਉਹੀ ਭੂਆ ਆਪਣੇ ਭਰਾ ਦੇ ਪੁੱਤਰਾਂ ਨੂੰ ਕਹਿੰਦੇ ਭਤੀਜੇ। ਸ਼ਬਦ ਭਤੀਜੇ ਨਹੀਂ, ਸ਼ਬਦ ਹੈ ਭੂ ਤੀਜੇ। ਮੇਰੇ ਪਿਤਾ ਦੇ ਘਰ ਵਿੱਚ ਭੋਏ ਦੇ ਜਾਇਦਾਦ ਦੇ ਤੀਜੇ ਥਾਂ ਦੇ ਵਾਰਸ, ਉਹੀ ਸ਼ਬਦ ਹੈ ਭੂ ਤੀਜੀ। ਜਦੋਂ ਕੋਈ ਸ਼ਬਦਾਂ ਦੀ ਬਣਤਰ ਬਣਦੀ ਆ ਕੋਸ਼ ਦੇ ਵਿੱਚ, ਇਹ ਸ਼ਬਦ ਇੱਕ ਲਾਈਨ ਵਿੱਚ ਚੱਲਦੇ ਨੇ। ਚਾਹੇ ਤੁਸੀਂ ਸਬਜ਼ੀਆਂ ਦੀਆਂ ਵੀ ਕਿਸਮਾਂ ਹੁੰਦੀਆਂ ਨੇ, ਜੀਵ ਜੰਤੂਆਂ ਦੀਆਂ ਵੀ ਹੁੰਦੀਆਂ ਨੇ, ਉਹ ਇੱਕ ਨਸਲ 'ਚ ਚੱਲਦੇ ਨੇ, ਇੱਕ ਮੌਸਮ 'ਚ ਚੱਲਦੇ ਨੇ। ਤਾਂ ਇਹ ਸਹਿਜ ਭਾਵੀ ਵਰਤਾਰਾ, ਮਤਲਬ ਸ਼ਬਦਾਂ ਦੀ ਬਣਤਰ ਤੇ ਬੁਣਤਰ। ਜਿਵੇਂ ਅਸੀਂ ਚੱਪਲ ਪਹਿਨਦੇ ਹਾਂ, ਚੰਚਲ ਚੱਪਲ ਬੁੱਧ ਕਾ ਖੇਲ। ਚੱਪਲ ਹੁੰਦਾ ਜਿਹੜੀ ਇੱਕ ਥਾਂ ਤੇ ਸਥਿਰ ਨਾ ਰਹੇ। ਚੱਪਲ ਸ਼ਬਦ ਬਾਣੀ 'ਚ ਹੈ, ਲੋਕ ਭਾਸ਼ਾ 'ਚ ਵੀ ਚੱਪਲ ਹੈ। ਚੱਪਲ ਹੈ ਜਿਹੜੀ ਚੰਚਲ ਹੈ, ਜਿਹਦੀ ਇੱਕ ਥਾਂ ਤੇ ਟਿਕਾਊ ਨਹੀਂ ਹੈ, ਕਿਉਂਕਿ ਕੋਈ ਵੀ ਜੋੜਾ ਹੋਵੇ ਉਹਦਾ ਕੋਈ ਮੇਚਾ ਹੁੰਦਾ। ਚੱਪਲ ਜਿਹਦੇ ਵੀ ਪੈਰ 'ਚ ਪੈ ਗਈ ਉਹ ਸਥਿਰ ਨਹੀਂ ਰਹਿੰਦੀ, ਉਹਨੂੰ ਗਾਂਹ ਪਾ ਕੇ ਲੈ ਜਾਂਦਾ। ਖਾਸ ਕਰਕੇ ਸਾਡੇ ਧਾਰਮਿਕ ਦੀਵਾਨਾਂ 'ਚ ਸਭ ਤੋਂ ਵੱਧ ਚੱਪਲ ਹੀ ਚੋਰੀ ਹੋ ਜਾਂਦੀ ਹੈ। ਚੋਰੀ ਨਹੀਂ ਵੀ ਹੁੰਦੀ, ਵੈਸੇ ਬੰਦਾ ਕੰਮ ਚੱਲਿਆ ਕਹਿੰਦਾ ਚੱਪਲ ਜਿਹਦੀ ਵੇਚ ਆਉਂਦੀ ਪਾ ਲਓ, ਕਿਉਂਕਿ ਚੱਪਲ ਹੈ ਇਹ ਸਥਿਰ ਨਹੀਂ ਹੈ, ਇਹਨੇ ਇੱਕ ਦੂਸਰੇ ਦੇ ਪੈਰ 'ਚ ਫਿੱਟ ਹੋ ਜਾਣਾ। ਇਸ ਤਰ੍ਹਾਂ ਹੀ ਬੰਦੇ ਦੀ ਬੁੱਧ ਹੈ, ਇਹ ਵੀ ਸਥਿਰ ਨਹੀਂ ਰਹਿੰਦੀ। ਸਤਿਗੁਰਾਂ ਨੇ ਦੇਖਿਆ ਕਿ ਜਿਹੜਾ ਸਮਾਜ ਹੈ, ਜਿਹੜੀ ਭਾਰਤੀ ਸੱਭਿਆਚਾਰ ਹੈ, ਇਹ ਲੋਕ ਤਨ ਕਰਕੇ ਤਕੜੇ ਨੇ, ਮਨ ਕਰਕੇ ਕਮਜ਼ੋਰ ਨੇ। ਕਿਉਂਕਿ ਸਰੀਰ ਕਰਕੇ ਜਿੰਨੀ ਸਾਡੀ ਪੰਗਤਾਂ ਦਾ ਇਸ ਵਕਤ ਵਰਲਡ ਲੈਵਲ ਤੇ ਹੈ, ਉਹਨਾਂ ਸੰਗਤਾਂ ਦਾ ਰੁਝਾਨ ਨਹੀਂ ਬਣਦਾ। ਬੰਦਾ ਅਸੀਂ ਸੜਕਾਂ ਦੇ ਉੱਤੇ ਵੀ ਪਕੌੜਿਆਂ ਦੇ ਲੰਗਰ, ਜਲੇਬੀਆਂ ਦੇ ਲੰਗਰ, ਪ੍ਰਸ਼ਾਦਾ ਪਾਣੀ ਦੇ ਰਹੇ ਹਾਂ, ਪਰ ਸੜਕਾਂ ਦੇ ਉੱਤੇ ਗਿਆਨਤਾ ਨਹੀਂ ਦੇ ਰਹੇ। ਜਿਹੜੀ ਸਾਡੇ ਮਨ ਦੀ ਖੁਰਾਕ ਆ ਉਹਦੀ ਇੱਕ ਇਕਾਈ ਹੈ। ਜਿਹੜੀ ਤਨ ਦੀ ਖੁਰਾਕ ਉਹ ਸਾਰਾ ਦਿਨ ਹੀ ਚੱਲਦੀ ਆ। ਘਰਾਂ ਤੋਂ ਲੈ ਕੇ ਸਵੇਰੇ ਵੀ ਪਰੌਠੇ, ਦੁਪਹਿਰੇ ਵੀ ਰੋਟੀਆਂ, ਰਾਤੀ ਵੀ ਰੋਟੀਆਂ, ਖੇਤਾਂ 'ਚ ਵੀ ਰੋਟੀਆਂ। ਸੌਣੀ ਦੀ ਫਸਲ ਕੀ ਆ? ਤਨ ਦੀ ਖੁਰਾਕ। ਹਾੜੀ ਦੀ ਕੀ ਆ? ਮਨ ਦੀ ਤਨ ਦੀ ਖੁਰਾਕ। ਕਣਕ ਬੀਜ ਲਓ, ਝੋਨਾ ਬੀਜ ਲਓ, ਸਾਰੀ ਹੀ ਰੋਟੀਆਂ ਦਾ ਫਿਕਰ ਹੈ। ਔਰ ਇਹ ਜਿਹੜਾ ਜਿੰਨਾ ਅਸੀਂ ਤਨ ਬਾਰੇ ਹੈ, ਉਹਨਾਂ ਮਨ ਬਾਰੇ ਭਾਰਤੀ ਸੰਸਕ੍ਰਿਤੀ ਵਿੱਚ ਚੇਤਨਤਾ ਨਹੀਂ ਹੈ। ਇਸੇ ਲਈ ਤੁਸੀਂ ਤਨ ਦੇ ਇਲਾਜ ਵਾਸਤੇ ਸਾਡੇ ਹਸਪੀਟਲ ਭਰੇ ਹੋਏ ਨੇ, ਡਿਸਪੈਂਸਰੀਆਂ ਭਰੀਆਂ ਨੇ, ਜਿੰਨੇ ਸਾਡੇ ਸਟੋਰ ਭਰੇ ਹੋਏ ਨੇ ਦਵਾਈਆਂ ਦੇ ਨਾਲ। ਮਨ ਦੀ ਖੁਰਾਕ ਕਿੱਥੇ ਹੈ? ਪੰਜਾਬ ਦੇ 13,000 ਦੇ ਕਰੀਬ ਪਿੰਡ ਹੈ, 157 ਸ਼ਹਿਰ ਕਸਬੇ ਹੈ ਤੇ 2 ਕਰੋੜ 85 ਲੱਖ ਦੀ ਆਬਾਦੀ ਹੈ। 157 ਸ਼ਹਿਰ ਕਸਬਿਆਂ, ਪਿੰਡਾਂ ਦੀ ਗੱਲ ਛੱਡ ਦਈਏ, ਪਿੰਡ ਮੈਂ ਵੀ ਪਿੰਡ ਨੂੰ ਬਿਲੋਂਗ ਕਰਦਾ, ਮੇਰਾ ਮਾਲਵੇ 'ਚ ਪਿੰਡ ਹੈ, ਫਿਰੋਜ਼ਪੁਰ ਜ਼ਿਲ੍ਹੇ 'ਚ। 157 ਸ਼ਹਿਰ ਕਸਬਿਆਂ ਵਿੱਚ ਮਨ ਦੇ ਇਲਾਜ ਵਾਸਤੇ ਸਿਰਫ 2 ਸ਼ਹਿਰਾਂ ਦੇ ਵਿੱਚ ਮਾਮੂਲੀ ਜਿਹਾ ਇਲਾਜ ਹੈ। ਗੁਰੂ ਨਾਨਕ ਹਸਪੀਟਲ ਵਿੱਚ ਇੱਕ ਡਿਪਾਰਟਮੈਂਟ ਹੈ ਤੇ ਇੱਕ ਸਾਡਾ ਮਨੋਰੋਗਾਂ ਦਾ ਹਸਪੀਟਲ ਹੈ ਅੰਮ੍ਰਿਤਸਰ ਦੇ ਵਿੱਚ। ਹੋਰ ਸਾਡੇ ਕਿਸੇ ਪੰਜਾਬ ਦੇ ਸ਼ਹਿਰ ਵਿੱਚ ਮਨੋਰੋਗਾਂ ਦਾ ਹਸਪਤਾਲ ਨਹੀਂ ਹੈ। ਬਾਕੀ ਸਾਰੇ ਛੋਟੇ ਕਸਬੇ ਨੇ, ਚਾਹੇ ਵੱਡੇ ਸ਼ਹਿਰ ਨੇ। ਇਹਨੂੰ ਸਾਰੇ ਲੋਕ ਅੰਮ੍ਰਿਤਸਰ ਵਾਲਾ ਪਾਗਲਖਾਨਾ ਕਹਿੰਦੇ ਨੇ। ਤੇ ਜਿੱਥੇ ਮਨੋਰੋਗਾਂ ਦਾ ਵਿਭਾਗ ਹੈ ਉੱਥੇ ਗਿਣਤੀ ਦੇ ਮਰੀਜ਼ ਜਾਂਦੇ ਨੇ। ਤੇ ਜਿਹੜੇ ਮਨ ਕਰਕੇ ਲੋਕ ਕਮਜ਼ੋਰ ਨੇ, ਜਿਹੜੇ ਮਨੋਰੋਗੀ ਨੇ, ਉਹਨਾਂ ਦਾ ਇਲਾਜ ਕੌਣ ਕਰਦਾ? ਕਿਤੇ ਵੀ ਨਹੀਂ। ਸਤਿਗੁਰਾਂ ਨੇ ਦੇਖਿਆ ਕਿ ਤਨ ਬਾਰੇ, ਤਨ ਦਾ ਸ਼ਿੰਗਾਰ, ਤਨ ਦਾ ਪਹਿਰਾਵਾ, ਤਨ ਦੀ ਖੁਰਾਕ, ਤਨ ਦਾ ਇਲਾਜ, ਤਨ ਦੇ ਰੋਗ, ਇਹਦੇ ਬਾਰੇ ਤਾਂ ਬਹੁਤ ਵੱਡਾ ਅਧਿਐਨ ਹੈ।
ਅਸਲ ਆ ਸਾਰੀਆਂ ਮਾਨਸਿਕ ਕਮਜ਼ੋਰੀਆਂ ਨਾਲ ਜੁੜਿਆ ਹੁੰਦਾ ਹੈ। ਜਦੋਂ ਬੰਦਾ ਆਪਣੇ ਸੱਭਿਆਚਾਰ ਤੋਂ ਟੁੱਟ ਜੇ, ਆਪਣੀ ਭਾਸ਼ਾ ਤੋਂ ਟੁੱਟ ਜੇ, ਆਪਣੇ ਸਿਧਾਂਤ ਤੋਂ ਟੁੱਟ ਜੇ, ਮਰਿਆਦਾ ਤੋਂ ਟੁੱਟ ਜੇ, ਇਹਦਾ ਮਨ ਨਾਲ ਸੰਬੰਧ ਹੈ। ਆ ਜਿਹੜੇ ਸਾਡੇ ਸਮਾਗਮ ਹੈ, ਅਸਲ ਵਿੱਚ ਅਸੀਂ ਮਨ ਦੀ ਸ਼ਕਤੀ ਵਾਸਤੇ, ਮਨ ਦੀ ਖੁਰਾਕ ਵਾਸਤੇ ਲਾਉਂਦੇ ਆ। ਪਰ ਜੇ ਅਸੀਂ ਬੋਲਦਿਆਂ ਬੋਲਦਿਆਂ ਕਦੀ ਲੰਗਰ ਖੁੱਲ ਗਿਆ ਜੀ, 75% ਸੰਗਤ ਉਧਰ ਚਲੀ ਜਾਂਦੀ ਹੈ ਜਿੱਥੇ ਸਾਡੇ ਤਨ ਦੀ ਖੁਰਾਕ ਹੈ। ਇਸੇ ਲਈ ਮਾਨਸਿਕ ਤਲ ਤੇ ਅੱਜ ਦੁਨੀਆ ਦੀ ਜੇ 7 ਅਰਬ ਆਬਾਦੀ ਹੈ, 700 ਕਰੋੜ, ਤਾਂ ਇਹ ਮਨੋਵਿਗਿਆਨੀ ਮੰਨਦੇ ਆ ਕਿ 2-250 ਕਰੋੜ ਇਹਨਾਂ ਵਿੱਚੋਂ ਮਨੋਰੋਗੀ ਹੈ। ਔਰ ਕੱਲੇ ਪੰਜਾਬ ਦੀ ਰਿਪੋਰਟ ਇਹ ਹੈ ਕਿ 55 ਲੱਖ ਲੋਕ ਜਿਹੜੇ ਮਨੋਰੋਗੀ ਨੇ ਕੱਲੇ ਪੰਜਾਬ ਦੇ ਵਿੱਚ। ਹਾਲਾਂਕਿ ਇਹ ਮੈਨੂੰ ਅਜੇ ਇਸ ਤੋਂ ਵੱਧ ਲੱਗਦੇ ਆ। ਜਿੰਨੇ ਨਸ਼ੇੜੀ ਨੇ ਸਾਰੇ ਮਨੋਰੋਗੀ ਨੇ। ਇਹ ਆਦਤ ਨਹੀਂ ਹੈ। ਅੱਜ ਦੀ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਇਹਨੂੰ ਮਤ ਕਹੋ ਕਿ ਆਦਤ ਆ ਵੀ ਇਹ ਦਾਰੂ ਪੀ ਲੈਂਦਾ ਤੇ ਇਹ ਕੋਈ ਸੁੱਕਾ ਨਸ਼ਾ ਖਾ ਲੈਂਦਾ, ਗੋਲੀਆਂ ਖਾ ਲੈਂਦਾ। ਅਸਲ ਵਿੱਚ ਇਹ ਮਨੋਰੋਗੀ ਹੈ। ਤਾਂ ਮਨੋਰੋਗੀਆਂ ਦੀ ਭੀੜ ਜਿਹੜੀ ਹੈ, ਚਾਹੇ ਉਹ ਧਾਗਿਆਂ ਤਵੀਤਾਂ ਵਾਲੇ ਪਿੱਛੇ ਫਿਰਦੇ ਨੇ, ਚਾਹੇ ਉਹ ਮੜੀਆਂ ਕਬਰਾਂ ਤੇ ਫਿਰਦੇ ਨੇ, ਚਾਹੇ ਅਨੇਕ ਤਰ੍ਹਾਂ ਦੇ ਕੋਈ ਨਾਮਦਾਨ ਲੈਣ ਭੱਜਾ ਫਿਰਦਾ, ਕੋਈ ਕਿਸੇ ਪਾਸੇ ਭੱਜਦਾ, ਚਾਹੇ ਕੋਈ ਮੰਜੇ ਤੇ ਬੈਠਾ ਹੈ, ਚਾਹੇ ਕੋਈ ਡਿਪਰੈਸ਼ਨ ਵਿੱਚ ਬੈਠਾ, ਟੈਨਸ਼ਨ ਵਿੱਚ ਬੈਠਾ, ਇਹ ਲੱਖਾਂ ਦੀ ਤਾਦਾਦ ਵਿੱਚ ਇਕੱਲੇ ਪੰਜਾਬ ਵਿੱਚ ਨੇ। ਕਾਰਨ ਬੰਦਾ ਜਦੋਂ ਆਪਣੇ ਧਰਮ ਤੋਂ ਟੁੱਟਦਾ, ਭਾਸ਼ਾ ਤੋਂ ਟੁੱਟਦਾ, ਤਾਂ ਉਹਦਾ ਬਦਲਾਓ ਉਹਦੇ ਕੋਲੇ ਕੋਈ ਨਹੀਂ ਹੁੰਦਾ। ਉਹ ਹਮੇਸ਼ਾ ਡਿਪਰੈਸ਼ਨ, ਜਿਹੜਾ ਸਾਡੀ ਇੱਕ ਪੁਰਾਤਨ ਅਖਾਣ ਵੀ ਹੈ, ਸਾਡਾ ਲੋਕ ਮੁਹਾਵਰਾ ਹੈ ਕਿ ਕੋਈ ਕਿਸੇ ਦਾ ਬੱਚਾ ਫਾਰਸੀ ਸਿੱਖਿਆ, ਉਹ ਬਿਮਾਰ ਹੋ ਗਿਆ ਰਾਤ ਨੂੰ, ਤੇ ਉਹ ਆਪਣੀ ਮਾਤਾ ਨੂੰ ਆਵਾਜ਼ ਮਾਰਦਾ ਆਬ ਆਬ ਕਹਿ ਕੇ। ਮਾਤਾ ਨੂੰ ਪਤਾ ਨਹੀਂ ਵੀ ਆਬ ਜਿਹੜਾ ਫਾਰਸੀ ਵਿੱਚ ਪਾਣੀ ਨੂੰ ਕਹਿੰਦੇ ਆ। ਉਹਨੇ ਸੋਚਿਆ ਅੱਬਾ ਨੂੰ ਯਾਦ ਕਰਦਾ, ਅੱਬਾ ਕਿਤੇ ਪ੍ਰਦੇਸ਼ ਗਿਆ ਹੋਇਆ। ਉਹ ਵਾਰ-ਵਾਰ ਆਬ 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 ਕਰਦਾ। ਉਹ ਕਹਿੰਦੀ ਆ ਵੀ ਅੱਬਾ ਨੂੰ ਯਾਦ ਕਰਦਾ, ਅੱਬਾ ਹੈ ਨਹੀਂ। ਸਵੇਰ ਤੱਕ ਕਹਿੰਦੇ ਉਹ ਫੌਤ ਹੋ ਗਿਆ। ਉਹ ਕਿਸੇ ਸਿਆਣੇ ਨੇ ਪੁੱਛਿਆ ਵੀ ਇਹ ਕੁਝ ਬੋਲਦਾ ਨਹੀਂ ਸੀ? ਕਹਿੰਦੀ ਬੋਲਦਾ ਤਾਂ ਸੀ, ਆਬ ਆਬ ਕਰਦਾ ਸੀ। ਤੇ ਮੈਂ ਸੋਚਿਆ ਅੱਬਾ ਉੱਬਾ ਨੂੰ ਯਾਦ ਕਰਦਾ, ਮੈਨੂੰ ਸਮਝ ਨਾ ਆਈ। ਉਹ ਕਹਿੰਦੀ ਆਬ ਦਾ ਮਤਲਬ ਤੇ ਪਾਣੀ ਹੁੰਦਾ, ਇਹ ਤਾਂ ਪਾਣੀ ਮੰਗਦਾ ਸੀ। ਉਹ ਕਹਿੰਦੀ ਰੋ ਕੇ, ਇੱਕ ਅਖਾਣ ਹੈ ਸਾਡਾ ਅਖਾਣ ਕੋਸ਼ ਵਿੱਚ, ਆਬ ਆਬ ਕਰ ਮੋਇਓ ਪੁੱਤਾ, ਫਾਰਸੀਆਂ ਘਰ ਗਾਲੇ, ਜੇ ਜਾਣਾ ਪੁੱਤ ਪਾਣੀ ਮੰਗਦਾ, ਭਰ ਭਰ ਦਿੰਦੀ ਪਿਆਲੇ। ਕਹਿੰਦੀ ਤੂੰ ਤਾਂ ਆਬ ਆਬ ਕਰਦਾ ਮਰ ਗਿਆ, ਇਹ ਫਾਰਸੀ ਨੇ ਸਾਡਾ ਘਰ ਪੱਟਤਾ। ਜੇ ਮੈਂ ਸਮਝਦੀ ਹੁੰਦੀ ਵੀ ਤੂੰ ਪਾਣੀ ਮੰਗਦਾ ਤਾਂ ਮੈਂ ਪਿਆਲੇ ਭਰ ਭਰ ਪਿਆ ਦਿੰਦੀ, ਤੂੰ ਪਿਆਸ ਨਾਲ ਹੀ ਮਰ ਗਿਆ। ਇਹਨੂੰ ਕਹਿੰਦੇ ਭਾਸ਼ਾ ਦਾ ਅੰਤਰ। ਭਾਸ਼ਾ ਵਿੱਚ ਜਿਹੜਾ ਜਜ਼ਬਾ ਹੁੰਦਾ, ਕਿਵੇਂ ਜਿਹੜਾ ਸਾਡਾ ਬੀਰਸੀ ਸਾਹਿਤ ਹੈ, ਬੀਰਸੀ ਸਾਹਿਤ ਹਮੇਸ਼ਾ ਉਸ ਧਰਤੀ ਦੀ ਭਾਸ਼ਾ ਵਿੱਚ ਹੀ ਹੋ ਸਕਦਾ, ਨਹੀਂ ਤਾਂ ਬੰਦੇ ਨੂੰ ਅਣਖ, ਗੈਰਤ, ਜੁਰਤ, ਹਿੰਮਤ ਕੋਈ ਵੀ ਪੈਦਾ ਨਹੀਂ ਹੋਊਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨੀ ਉਹਨਾਂ ਦੀ ਸ਼ਬਦਾਵਲੀ ਸ਼ੈਲੀ ਹੈ, ਭਾਵੇਂ ਉਹ ਰੂਹਾਨੀਅਤ ਵਾਲੀ ਹੈ, ਪਰ ਉਹਦਾ ਨਜ਼ਰੀਆ ਜਿਹੜਾ ਉਚਾਰਨ ਉਹਦਾ ਬੀਰਸੀ ਹੈ। ਉਹਦਾ ਕਾਰਨ ਹੈ ਕਿ ਬੰਦੇ ਵਿੱਚ ਸਾਡੇ ਇੱਕ ਨਿਹੰਗ ਸਿੰਘ ਆਉਂਦੇ ਹੁੰਦੇ ਸੀ, ਬੜੇ ਅੱਛੇ ਇੰਟੈਲੀਜੈਂਟ, ਇੱਕ ਬੜੇ ਭਾਸ਼ਾਵਾਂ ਦੇ ਗਿਆਤਾ ਸਨ। ਉਹ ਕਹਿੰਦੇ ਜਿਸ ਲਹਿਜੇ 'ਚ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਨਾ, ਉਸ ਲਹਿਜੇ ਵਿੱਚ ਤੁਸੀਂ ਜਾਪ ਸਾਹਿਬ ਨਹੀਂ ਪੜ੍ਹੋਗੇ। ਜਾਪ ਸਾਹਿਬ ਦੀ ਇੱਕ ਚਾਲ ਹੈ। ਜੇ ਤੁਸੀਂ ਭੁਜੰਗ ਪ੍ਰਯਾਦ ਸ਼ੰਤ ਪੜ੍ਹਦੇ ਹੋ ਤੇ ਸੱਪ ਜਿਵੇਂ ਮੇਲਦਾ ਜਾਂਦਾ ਨਾ, ਨਮਸਤੰ ਕਾਲੇ, ਨਮਸਤੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ ਨੂਪੇ, ਤੁਹਾਡੀ ਭਾਸ਼ਾ ਬਦਲਣੀ ਚਾਹੀਦੀ ਹੈ। ਜਦ ਉਹ ਨਿਤਨੇਮ ਕਰਦਾ ਸੀ ਸਪੀਕਰ ਦੇ ਵਿੱਚ, ਜਾਂ ਜਦੋਂ ਸਵਈਏ ਪੜ੍ਹਦਾ ਸੀ, ਤਾਂ ਇੱਕ ਜਿਵੇਂ ਉਹ ਯੁੱਧ ਕਥਾ ਮੈਂ ਕਹਿੰਦਾ ਹੁੰਦਾ ਵੀ ਜਦੋਂ ਰਾਮਾ ਅਵਤਾਰ ਦੇ ਵਿੱਚ ਰਾਮਚੰਦਰ ਦੀਆਂ ਤੇ ਰਾਵਣ ਦੀਆਂ ਫੌਜਾਂ ਲੜਦੀਆਂ ਨੇ ਨਾ, ਤੇ ਉੱਥੇ ਇੱਕ ਯੁੱਧ ਕਥਾ ਦਾ ਸਤਿਗੁਰਾਂ ਨੇ ਪ੍ਰਕਰਨ ਚਿਤਰਿਆ। ਕਾਗੜਦੰਗ ਕਾਤੀ ਕਟਾਰੀ ਕੜਾਕੰ ਤਾਗੜਦੰਗ ਤੀਰੰਗ ਤੁਪਕੰ ਤੜਾਕੰ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਆਜੀ ਗਜੇ ਗਜ ਗਾਜੇ। ਇਹ ਜਿਹੜੀ ਬੀਰਸੀ ਸ਼ੈਲੀ ਹੈ, ਇਹ ਸਹਿਜ ਭਾਵੀ ਕਿ ਉਹਦੇ ਕੋਲੇ ਬਾਣਾ ਵੀ ਹੈ, ਉਹਦੇ ਕੋਲੇ ਆਚਾਰਨ ਵੀ ਹੈ, ਉਹਦੇ ਕੋਲੇ ਸ਼ੁੱਧਤਾ ਵੀ ਹੈ। ਉਹ ਸਹਿਜ ਭਾਵੀ ਉਹਨਾਂ ਸ਼ਬਦਾਂ ਵਿੱਚ ਸ਼ਸਤਰਾਂ ਦੀ ਖੇਡ ਖੇਡ ਜਾਂਦਾ। ਇਹਨੂੰ ਅਸੀਂ ਕਹਿੰਦੇ ਕਿਸੇ ਦੀ ਧਰਤੀ ਦੀ ਭਾਸ਼ਾ ਦਾ ਜਿਹੜਾ ਵਜੂਦ ਹੈ, ਉਹ ਭਾਸ਼ਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ, ਇਹਨੂੰ ਮੈਂ ਕਹਿੰਦਾ ਉਹਨਾਂ ਬਖਸ਼ਿਸ਼। ਅੱਜ ਸਾਡਾ ਬੱਚਾ ਭਾਵੇਂ 5 ਜਮਾਤਾਂ ਪੜ੍ਹਿਆ ਹੋਵੇ, ਨਾ ਵੀ ਕਈ ਵਾਰੀ ਕਈ ਨੂੰ ਮੌਕਾ ਨਹੀਂ ਮਿਲਦਾ ਪੜ੍ਹਨ ਦਾ, ਪਰ ਉਹਨੂੰ ਕਿਉਂਕਿ ਗੁਰਮੁਖੀ ਲਿਪੀ ਆਉਂਦੀ ਹੈ, ਗੁਰਮੁਖੀ ਲਿਪੀ ਆਉਣ ਕਰਕੇ ਉਹ ਨਿਤਨੇਮ ਕਰ ਸਕਦਾ, ਉਹ ਪਾਠੀ ਬਣ ਸਕਦਾ, ਖੰਡ ਪਾਠੀ ਬਣ ਸਕਦਾ। ਇਹ ਬਖਸ਼ਿਸ਼ ਕਿਹਦੀ ਹੈ? ਨਹੀਂ ਤੇ ਸਧਾਰਨ ਬੰਦਾ ਹੋਵੇ
2-4 ਜਮਾਤਾਂ ਪੜ੍ਹ ਕੇ ਉਹ ਏਡਾ ਵੱਡਾ ਮਹਾਰਾਜ ਦੀ ਹਜ਼ੂਰੀ ਵਿੱਚ ਇੰਨੇ ਵਿਸ਼ਵਾਸ ਨਾਲ ਜੇ ਪਾਠ ਕਰਦਾ ਹੈ ਤੇ ਗੁਰੂ ਸਾਹਿਬਾਂ ਦੀ ਇਹ ਰਹਿਮਤ ਆ, ਬਖਸ਼ਿਸ਼ ਹੈ। ਨਹੀਂ ਤਾਂ ਕੋਈ 2-4 ਸਾਲ ਸਕੂਲ ਜਾ ਕੇ ਸੰਸਕ੍ਰਿਤ ਨਹੀਂ ਆਉਂਦੀ, ਨਾ ਸੰਸਕ੍ਰਿਤ ਦੀ ਪਕੜ ਆਉਂਦੀ ਹੈ, ਤੇ ਨਾ ਸੰਸਕ੍ਰਿਤ ਤੇ ਜਿਨ੍ਹਾਂ ਦਾ ਕਬਜ਼ਾ ਸੀ। ਸਤਿਗੁਰੂ ਕਿਸੇ ਭਾਸ਼ਾ ਨੂੰ ਨਫ਼ਰਤ ਨਹੀਂ ਕਰਦੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਫਾਰਸੀ ਦਾ ਸ਼ਬਦ ਗੁਰਮੁਖੀ 'ਚ ਲਿਖਿਆ ਹੋਇਆ, ਯਕ ਅਰਜ਼ ਗੁਫਤੰਗੰ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇ ਪਰਵਦਗਾਰ। ਸਾਡਾ ਸਧਾਰਨ ਪੰਜਾਬੀ ਬੰਦਾ ਫਾਰਸੀ ਪੜ੍ਹ ਰਿਹਾ, ਪੜ੍ਹ ਕਿਉਂ ਰਿਹਾ ਕਿ ਸਤਿਗੁਰਾਂ ਨੇ ਲਿਪੀ ਗੁਰਮੁਖੀ ਦਿੱਤੀ ਹੋਈ ਹੈ, ਤੇ ਗੁਰਮੁਖੀ ਲਿਪੀ ਵਿੱਚ ਲਿਖਣ ਕਰਕੇ, ਨਹੀਂ ਤਾਂ ਫਾਰਸੀ ਦਾ ਆਚਾਰਨ ਆ ਨਹੀਂ ਸਕਦਾ। ਆ ਇਸ ਲਈ ਰਿਹਾ ਕਿ ਲਿਪੀ ਗੁਰਮੁਖੀ ਆ, ਤੇ ਗੁਰਮੁਖੀ ਲਿਪੀ ਵਿੱਚ ਪੜ੍ਹਨ ਕਰਕੇ ਉਹ ਫਾਰਸੀ ਵੀ ਪੜ੍ਹ ਰਿਹਾ, ਉਹ ਸ਼ਲੋਕ ਸਹਿਸਕ੍ਰਿਤੀ ਵੀ ਪੜ੍ਹ ਰਿਹਾ, ਉਹ ਇੱਕ ਦੂਸਰੀ ਸਟੇਟ ਦੀ ਭਾਸ਼ਾ ਵੀ ਪੜ੍ਹ ਰਿਹਾ ਜਿਹੜੀ ਉਸ ਲਿਪੀ 'ਚ ਹੁੰਦੀ ਤੇ ਸ਼ਾਇਦ ਨਾ ਹੁੰਦੀ। ਇਸ ਲਈ ਸਤਿਗੁਰਾਂ ਨੇ ਇਹ ਜਿਹੜਾ ਸਮਾਜ ਨੂੰ ਚੇਤਨ ਕਰਦਿਆਂ, ਚਾਹੇ ਖਡੂਰ ਸਾਹਿਬ ਵਿਖੇ ਬਾਲ ਬੋਧ ਕਾਇਦੇ ਤਿਆਰ ਕਰਾਏ, ਉਹਨਾਂ ਨੂੰ ਜੀਵਨ ਯੁਕਤ ਦਿੱਤੀ ਕਿ ਤੁਹਾਡੀ ਇਸ ਗੁਰਮੁਖੀ ਲਿਪੀ ਨਾਲ ਤੁਸੀਂ ਮਾਨਸਿਕ ਤਲ ਤੇ, ਬੌਧਿਕ ਤਲ ਤੇ ਜਿੰਨਾ ਉੱਚਾ ਵਿਕਾਸ ਕਰ ਸਕਦੇ ਹੋ, ਸੰਸਾਰ ਵਿੱਚ ਹੋ ਨਹੀਂ ਸਕਦਾ। ਇਸ ਲਈ ਜਿਹੜੀ ਭਾਸ਼ਾ, ਵੇਖੋ ਇੱਕ ਸਾਡਾ ਸਵਾਲ ਹੁੰਦਾ, ਮੈਂ 550 ਸਾਲੇ ਤੇ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਸੈਮੀਨਾਰ ਤੇ ਗਿਆ, ਮੈਂ ਕਹਿੰਦਾ ਹੁੰਦਾ ਇੱਕ ਸਾਡੇ ਸਿੱਖ ਦਾ ਸਵਾਲ ਹੈ ਕਿ ਮੈਂ ਕੀ ਯੋਗਦਾਨ ਪਾ ਸਕਦਾ। ਇੱਕ ਤਾਂ ਹੁੰਦਾ ਬੜੇ ਲੰਬੇ ਲੰਬੇ ਭਾਸ਼ਣ ਹੈ ਕਿ ਸਮਾਜ ਸੁਣ ਰਿਹਾ, ਸੁਣਾਏ ਜਾ ਰਹੇ ਨੇ। ਇੱਕ ਸਿੱਖ ਸਿੱਖਣੀ ਪਰਿਵਾਰ ਉੱਠਦਾ ਕਿ ਇਸ ਦਿਨ ਤੇ ਮੈਂ ਕੀ ਯੋਗਦਾਨ ਪਾ ਸਕਦਾ। ਮੈਂ ਕਹਿੰਦਾ ਹੁੰਦਾ ਕਿ ਯੋਗਦਾਨ ਪਾ ਸਕਦੇ ਹੋ। ਤੁਹਾਡੇ ਘਰਾਂ ਦੀ ਨੇਮ ਪਲੇਟ ਹੈ, ਪੰਜਾਬੀ 'ਚ ਲਿਖ ਲਓ। ਤੁਹਾਡੀ ਦੁਕਾਨ ਹੈ ਤੇ ਬੋਰਡ ਪੰਜਾਬੀ 'ਚ ਲਿਖ ਲਓ। ਤੁਸੀਂ ਬਾਹਰ ਅੰਦਰ ਬੋਲਦੇ ਹੋ ਤਾਂ ਪੰਜਾਬੀ ਬੋਲੋ। ਇਹ ਠੀਕ ਆ, ਭਾਸ਼ਾ ਆਉਣੀ ਦੂਸਰੀ ਵੀ ਜ਼ਰੂਰੀ ਹੈ। ਸਾਡੀ ਜਦੋਂ ਰਹਿਤ ਮਰਜ਼ਾਦਾ ਬਣੀ ਹੈ, ਉਹਦੇ 20 ਨੰਬਰ ਪੰਨੇ ਤੇ ਲਿਖਿਆ ਕਿ ਹਰ ਸਿੱਖ ਜਿਹੜਾ ਗੁਰਮੁਖੀ ਵਿਦਿਆ ਦਾ ਗਿਆਨ ਲਵੇ, ਪਰ ਹੋਰ ਵਿਦਿਆ ਵੀ ਪੜ੍ਹੇ। ਬੰਦਿਸ਼ ਵੀ ਕੋਈ ਨਹੀਂ, ਪਰ ਮਾਤ ਭਾਸ਼ਾ ਦੀ ਇੱਕ ਉਹ ਮਹੱਤਤਾ ਹੁੰਦੀ ਹੈ ਕਿ ਜਿਹੜੀ ਮਾਤਾ ਦੇ ਜਨਮ ਤੋਂ ਲੈ ਕੇ ਬੱਚਾ ਜਦੋਂ ਜਿਸ ਜੋ ਮਾਂ ਬੋਲੀ ਹੈ, ਜੋ ਧਰਤੀ ਦੀ ਭਾਸ਼ਾ ਹੈ ਜਿਹੜੀ ਸਿੱਖਦਾ, ਉਹਦੇ 'ਚ ਉਹਦਾ ਜਿਹੜਾ ਬੌਧਿਕ ਤਲ ਹੁੰਦਾ ਹਮੇਸ਼ਾ ਉੱਚਾ ਹੁੰਦਾ। ਇਸ ਲਈ ਹਰ ਸਿੱਖ ਆਪਣਾ ਯੋਗਦਾਨ ਨਿੱਜੀ ਤੌਰ ਤੇ ਪਾ ਸਕਦਾ, ਕਿਉਂਕਿ ਬੱਚਿਆਂ ਨੂੰ ਠੀਕ ਹੈ, ਅਸੀਂ ਹੁਣ ਦੇਸ਼ਾਂ ਵਿਦੇਸ਼ਾਂ ਜਾਂਦੇ, ਇੰਗਲਿਸ਼ ਆਉਣੀ ਵੀ ਜ਼ਰੂਰੀ ਹੈ। ਅਸੀਂ ਇੱਥੇ ਇੱਕ ਮੁਸਲਮਾਨ ਪ੍ਰੋਫੈਸਰ ਕੋਲੋਂ ਉਰਦੂ ਫਾਰਸੀ ਵੀ ਸਿੱਖਣ ਜਾਂਦੇ ਰਹੇ ਹਾਂ, ਡਿਗਰੀਆਂ ਵੀ, ਡਿਪਲੋਮੇ ਵੀ ਕੀਤੇ ਕਿ ਸਾਨੂੰ ਗਿਆਨ ਆਵੇ। ਭਾਸ਼ਾਵਾਂ ਜਿੰਨੀਆਂ ਵੀ ਸਿੱਖੋ ਥੋੜ੍ਹੀਆਂ ਨੇ, ਪਰ ਸਮਾਜ ਵਿੱਚ ਜਿਸ ਲਿਪੀ ਵਿੱਚ ਸਾਡੀ ਬਾਣੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜਾਂ ਅਸੀਂ ਹੁਣ ਇੱਕ ਛੋਟੇ ਦਾਇਰੇ ਵਿੱਚ ਨਹੀਂ ਆ। ਦੁਨੀਆ ਦੇ ਤਕਰੀਬਨ 200 ਦੇਸ਼ ਨੇ, 199 ਵੀ ਗਿਣ ਲਏ ਜਾਂਦੇ ਆ, 200 ਹੈ, 199 ਦੀ ਗਿਣਤੀ ਆਉਂਦੀ ਹੈ। 160 ਦੇਸ਼ਾਂ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦੇ ਆ। ਸਿਰਫ 39 ਦੇਸ਼ ਨੇ ਜਿੱਥੇ ਸਿੱਖ ਨਹੀਂ ਹੈ। 160 ਦੇਸ਼ਾਂ ਵਿੱਚ ਸਿੱਖ ਸਮਾਜ ਵਸਦਾ ਹੈ। 160 ਦੇਸ਼ਾਂ ਵਿੱਚ ਤਕਰੀਬਨ ਗੁਰਦੁਆਰਾ ਸਾਹਿਬਾਨ ਨੇ, ਤੇ ਪੰਜਾਬੀ ਦੀਆਂ ਕਲਾਸਾਂ ਵੀ ਨੇ, ਤੇ ਕੀਰਤਨ ਦੀਆਂ ਕਲਾਸਾਂ ਵੀ ਨੇ। ਮੈਂ ਖੁਦ ਸਿੰਗਾਪੁਰ ਵੀ ਪੜ੍ਹਾਇਆ, ਹਾਂਗਕਾਂਗ ਵੀ ਪੜ੍ਹਾਇਆ, ਨਿਊਯਾਰਕ ਵੀ ਪੜ੍ਹਾਇਆ, ਤੇ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਵੀ ਪੰਜਾਬੀ ਦੀਆਂ ਕਲਾਸਾਂ ਲੈਂਦਾ ਰਿਹਾ, ਕਿਉਂਕਿ ਮੇਰੇ ਕੋਲੇ ਕੀਰਤਨ, ਧਰਮ ਤੇ ਪੰਜਾਬੀ ਦਾ ਤਿੰਨਾਂ ਦਾ ਸੁਮੇਲ ਸੀ। ਸੰਥਿਆ ਵੀ ਕਰਾ ਲੈਂਦਾ ਸਾਂ, ਕੀਰਤਨ ਵੀ ਸਿਖਾ ਲੈਂਦਾ ਸਾਂ, ਪੰਜਾਬੀ ਵੀ ਪੜ੍ਹਾ ਲੈਂਦਾ ਸਾਂ। ਬਾਕੀ ਦਾ ਮੇਰਾ ਸਬਜੈਕਟ ਸੀ, ਮੈਂ ਗਿਆ ਕਿਸੇ ਸੈਮੀਨਾਰ ਤੇ ਬੋਲਿਆ, ਉਹ ਵੱਖਰੀ ਗੱਲ ਆ, ਪਰ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਜਿੱਥੇ ਵੀ ਜਾਵਾਂ, ਭਾਵੇਂ 20 ਦਿਨ ਲਈ ਜਾਵਾਂ, ਕਿ ਉੱਥੇ ਕੁਝ ਸਮੇਂ ਲਈ ਇਕੱਠੇ ਹੋ ਕੇ ਆਪਾਂ ਇੱਕ ਦੂਸਰੇ ਦਾ ਗਿਆਨ ਆਦਾਨ ਪ੍ਰਦਾਨ ਹੈ। ਉੱਧਰਲੇ ਬੱਚਿਆਂ ਕੋਲੇ ਆਪਣਾ ਗਿਆਨ ਹੈ। ਮੇਰਾ ਕਹਿਣ ਤੋਂ ਭਾਵ ਆ ਕਿ 160 ਦੇਸ਼ਾਂ ਵਿੱਚ ਪੰਜਾਬੀ ਦਾ ਪਸਾਰਾ ਹੈ, ਪੰਜਾਬੀ ਦੀ ਹੋਂਦ ਹੈ, ਪਰ ਕਿਸ ਕਰਕੇ? ਗੁਰੂ ਕਰਕੇ, ਗੁਰਬਾਣੀ ਕਰਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ, ਗੁਰਦੁਆਰਾ ਸਾਹਿਬਾਨ ਕਰਕੇ। ਇਹ ਤਾਂ ਸਾਡੇ ਲਈ ਇੱਕ ਫਖਰ ਵਾਲੀ, ਇੱਕ ਸਵੈਮਾਨ ਵਾਲੀ ਗੱਲ ਹੈ, ਔਰ ਇਸ ਸਵੈਮਾਨ ਦਾ ਰਹਿਣਾ ਯੁੱਗ ਵਿੱਚ ਜ਼ਰੂਰੀ ਹੈ। ਜਿਸ ਤਰ੍ਹਾਂ ਭਾਈ ਸਾਹਿਬ ਵੀ ਕਹਿ ਕੇ ਗਏ ਨੇ, ਭਾਈ ਸਾਹਿਬ ਬੜੇ ਭਾਵਨਾ ਵਾਲੇ ਪ੍ਰਚਾਰਕ ਨੇ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਮੈਂ ਕੁਝ ਬੰਦਿਆਂ ਦੇ ਨਾਂ ਹੀ ਲੈਂਦਾ ਹੁੰਦਾ ਵੀ ਇਹ ਸ਼ਖਸ ਇਹੋ ਜਿਹੇ ਨੇ, ਕੋਈ ਸਾਖੀ ਹੋਵੇ, ਇਹਨਾਂ ਨੇ ਉਹਦੇ ਅਰਥ ਇਸ ਰੂਪ ਵਿੱਚ ਕਰਨੇ ਆ ਕਿ ਸਿੱਖ ਦਾ ਭਰੋਸਾ, ਵਿਸ਼ਵਾਸ ਤਕੜਾ ਹੋਵੇ। ਇਸ ਤਰ੍ਹਾਂ ਦੇ ਪ੍ਰਚਾਰਕ ਸਾਡੇ ਕੋਲੇ ਗਿਣਤੀ ਦੇ ਹੀ ਨੇ। ਜਿਹੜੀ ਅੱਜ ਦੀ ਪਿਛਲੇ 84 ਤੋਂ ਬਾਅਦ, 84 ਦੇ ਘੱਲੂਘਾਰੇ ਤੋਂ ਬਾਅਦ ਸਾਡੇ ਸਿੱਖਾਂ ਵਿੱਚ ਇੱਕ ਕਮਜ਼ੋਰੀ ਪਾ ਦਿੱਤੀ ਗਈ ਏਜੰਸੀਆਂ ਨੇ, ਕੀ ਹੈ, ਖੇਡ ਹੈ, ਕਿ ਸਾਨੂੰ ਸ਼ੰਕਾਵਾਦੀ ਬਣਾਤਾ।
ਅਸੀਂ ਅਰਦਾਸ ਵਿਵੇਕਦਾਨ ਦੀ ਕਰਦੇ ਹਾਂ ਤੇ WhatsApp ਤੇ ਸਾਰਾ ਦਿਨ ਤਰਕ ਹੁੰਦਾ। ਤਰਕ ਦਾ ਅਰਥ ਹੁੰਦਾ ਸ਼ੰਕਾ ਕਰਨਾ, ਵਿਵੇਕ ਦਾ ਅਰਥ ਹੁੰਦਾ ਸੱਤ ਤੇ ਅਸੱਤ ਦਾ ਨਿਖੇੜਾ ਕਰਨਾ। ਅਸੀਂ ਅਰਦਾਸ ਵਿਵੇਕਦਾਨ ਦੀ ਕਰਦੇ ਹਾਂ ਤੇ ਤੁਹਾਡਾ ਸੋਸ਼ਲ ਮੀਡੀਆ ਤੇ ਬਹੁਤ ਗਿਣਤੀ ਤਰਕ ਹੈ, ਸ਼ੰਕਾ ਹੈ। ਹਰ ਗੱਲ ਤੇ ਸ਼ੰਕਾ ਖੜਾ ਕੀਤਾ ਜਾਂਦਾ ਹੈ। ਜਿਹੜੀ ਕੌਮ ਵਿੱਚ ਇੰਨੇ ਸ਼ੰਕੇ ਪਾਵਾਂਗੇ ਉਹਨਾਂ ਦੇ ਭਰੋਸੇ ਕਿੱਥੇ ਕਾਇਮ ਹੋਣਗੇ। ਅਸੀਂ ਹਰ ਇਤਿਹਾਸ ਤੇ, ਜੇ ਦੀਵਾਲੀ ਦਾ ਦਿਨ ਆਉਂਦਾ ਸਾਡਾ ਬੰਦੀ ਛੋੜ ਦਿਵਸ ਹੈ, ਇੱਕ ਨਲਾਇਕ ਜਿਹਾ ਬੰਦਾ ਐਵੇਂ ਪਾ ਦਿੰਦਾ ਜੀ ਇਹ ਤਾਂ ਜੀ ਫਰਵਰੀ 'ਚ ਸਾਕਾ ਹੋਇਆ ਸੀ, ਸਾਡਾ ਬੰਦੀ ਛੋੜ ਦਿਵਸ ਨਹੀਂ ਹੈ। ਜੇ ਸਾਡਾ ਕੋਈ ਦਿਨ ਤਿਉਹਾਰ ਆਉਂਦਾ, ਅਜੇ ਤੱਕ ਸਾਡੀ ਵਿਆਖਿਆਕਾਰੀ ਵਿੱਚ, ਮੈਂ ਫੇਰ ਕਹਿਣਾ, ਵਿਆਖਿਆਕਾਰੀ ਸਿੱਖ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ਹੋਏਗੀ ਤਾਂ ਅਸੀਂ ਸਫਲ ਹੋਵਾਂਗੇ। ਮੰਨ ਲਓ ਸੰਗਰਾਂਦ ਹੈ, ਕੁਝ ਪ੍ਰਚਾਰਕਾਂ ਨੂੰ ਭੂਤ ਜਿਹਾ ਸਵਾਰ ਹੁੰਦਾ ਜੀ ਸੰਗਰਾਂਦ ਨਹੀਂ ਸਾਡੀ, ਮੱਸਿਆ ਨਹੀਂ ਸਾਡੀ, ਪੁੰਨਿਆ ਨਹੀਂ ਸਾਡੀ। ਮੈਂ ਕਹਿੰਦਾ ਉਹਨੂੰ ਵਿਆਖਿਆ ਤੇ ਕਰੋ। ਸੂਰਜ ਦੇ ਆਧਾਰਿਤ ਸਾਰੀਆਂ ਖਾਣੀਆਂ ਨੇ, ਅੰਡਜ, ਜੇਰਜ, ਸੇਤਜ, ਕੀਨੀ, ਉਤਪੁਜ, ਖਾਨ, ਚਾਰ ਜਿਹੜੀਆਂ ਖਾਣੀਆਂ ਨੇ, ਜਿੰਨੇ ਜੀਵ ਜੰਤੂ ਨੇ, ਜਿੰਨੀ ਬਨਸਪਤੀ ਹੈ, ਸੂਰਜ ਦੀ ਕਿਰਨ ਤੋਂ ਬਗੈਰ, ਤਪਸ਼ ਤੋਂ ਬਗੈਰ ਇਹਦੀ ਹੋਂਦ ਦੀ ਕੋਈ ਨਹੀਂ। ਭਾਰਤੀ ਸੱਭਿਆਚਾਰ ਸੂਰਜ ਪੂਜਦਾ ਸੀ। ਜਿਸ ਦਿਨ ਰਾਸ ਬਦਲਦਾ ਸੂਰਜ, ਮਹੀਨਾ ਬਦਲ ਜਾਂਦਾ। ਸਿੱਖ ਸੱਭਿਆਚਾਰ ਵਿੱਚ ਅਕਾਲ ਪੁਰਖ ਦਾ ਪੁਜਾਰੀ ਆ, ਇਹ ਸੂਰਜਾਂ ਦੇ ਸੂਰਜ ਨੂੰ ਪੂਜਦਾ। ਨਮੋ ਸੂਰਜ ਸੂਰਜੇ। ਅਸੀਂ ਸੂਰਜਾਂ ਦੇ ਸੂਰਜ ਨੂੰ, ਭਾਵ ਅਕਾਲ ਪੁਰਖ ਦੀ ਸਿਮਰਤੀ ਵਿੱਚ ਸੰਗਰਾਂਦ ਦਾ ਦਿਨ ਮਨਾਉਂਦੇ ਆ। ਅਸੀਂ ਸੂਰਜ ਦੀ ਪੂਜਾ ਨਹੀਂ ਕਰਦੇ, ਅਸੀਂ ਸੂਰਜਾਂ ਦੇ ਸੂਰਜ ਨੂੰ ਮੰਨਦੇ ਆ। ਇਹ ਹੁਣ ਵਿਆਖਿਆਕਾਰ ਤੇ ਨਿਰਭਰ ਹੈ ਕਿ ਜੇ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਵਰਲਡ ਲੈਵਲ ਤੇ ਸੰਗਰਾਂਦ ਦਾ ਦਿਨ ਮਨਾਇਆ ਜਾਂਦਾ ਹੈ, ਦੇਸੀ ਮਹੀਨਿਆਂ ਦੀ ਫਿਲਾਸਫੀ ਹੈ। ਹਿੰਦੁਸਤਾਨ ਦੀਆਂ 6 ਰੁੱਤਾਂ ਨੇ, 6 ਰੁੱਤਾਂ ਦੀ ਇੱਕ ਬਣਤਰ ਤੇ ਬੁਣਤਰ ਹੈ। ਇਹਦੇ ਨਾਲ ਬੰਦੇ ਦਾ ਸੁਭਾਅ ਬਦਲਦਾ, ਬੰਦੇ ਦੀ ਮਾਨਸਿਕਤਾ ਵਿੱਚ ਤਬਦੀਲੀ ਆਉਂਦੀ ਹੈ। ਜੇ 12ਵਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੀ ਰਚਿਆ, ਪੰਚਮ ਪਾਤਸ਼ਾਹ ਜੀ ਨੇ ਵੀ ਰਚਿਆ, ਤੇ ਜੇ ਅਸੀਂ ਸੂਰਜਾਂ ਦੇ ਸੂਰਜ ਦੀ ਵਿਆਖਿਆ ਕਰਦੇ ਹੋਏ ਸੰਗਰਾਂਦ ਵਾਲੇ ਦਿਨ ਇੱਕ ਜੋੜ ਮੇਲਾ ਮਨਾਉਂਦੇ ਆ, ਇਹਦੇ ਤੇ ਤਰਕ ਕਰਨ ਵਾਲੀ ਵੀ ਕਿਹੜੀ ਗੱਲ ਹੈ। ਸਾਡਾ ਤਾਂ ਗੁਰਮੁਖੀ ਜੋੜ ਮੇਲਾ ਹੈ। ਔਰ ਮੈਂ ਕਹਿੰਦਾ ਹੁੰਦਾ ਵੀ ਜਿੱਥੇ ਵਿਰੋਧ ਕਰਨ ਵਾਲੇ ਵੀ ਜਾ ਕੇ ਗ੍ਰੰਥੀ ਲੱਗੇ, ਉੱਥੇ ਵੀ ਸੰਗਰਾਂਦ ਮਨਾਈ ਜਾਂਦੀ ਹੈ। ਅਜੇ ਤੱਕ ਮੈਂ ਵੀ ਬੜੇ ਦੇਸ਼ ਘੁੰਮਿਆ, ਭਾਈ ਸਾਹਿਬ ਦਾ ਤਾਂ ਚਲੋ ਇੱਕ ਵੱਖਰਾ ਪ੍ਰੋਫੈਸ਼ਨ ਹੈ, ਜਾਂ ਇਹਨਾਂ ਦੀ ਸੇਵਾ, ਇਹਨਾਂ ਦੇ ਜੁਮੇ ਸਤਿਗੁਰਾਂ ਨੇ ਲਾਈ ਹੈ ਤਾਂ ਇਹ ਸੇਵਾ ਨਿਭਾ ਰਹੇ ਨੇ। ਪਰ ਦੁਨੀਆ ਦੇ ਇੱਕ ਵੀ ਗੁਰਦੁਆਰਾ ਸਾਹਿਬ ਵਿੱਚ ਨਹੀਂ ਹੈ ਜਿੱਥੇ ਸੰਗਰਾਂਦ ਨਾ ਮਨਾਈ ਜਾਂਦੀ ਹੋਵੇ। ਕਾਰਨ, ਕਿਉਂਕਿ ਸੂਰਜਾਂ ਦੇ ਸੂਰਜ ਦੀ ਪੂਜਾ ਕਰਦੇ ਆ ਅਸੀਂ ਤਾਂ ਅਕਾਲ ਪੁਰਖ ਦੀ। ਮੱਸਿਆ ਸਾਡਾ ਜੋੜ ਮੇਲਾ ਹੈ। ਸਾਡੀਆਂ ਸਾਰਾ ਇਤਿਹਾਸ ਹੀ ਸੁਦੀ ਤੇ ਵਦੀ ਨਾਲ ਸੰਬੰਧਿਤ ਹੈ। ਅੱਜ ਅੰਗਰੇਜ਼ੀਕਰਨ ਤਾਂ ਹੁਣ ਆਇਆ ਸਾਡੇ ਵਿੱਚ, ਸਾਡਾ ਤਾਂ ਸਾਰਾ ਇਤਿਹਾਸ ਹੀ ਸੁਦੀਆਂ ਵਦੀਆਂ ਨਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ 7ਵੀਂ, 26 ਦਸੰਬਰ ਦੀ ਪੋਹ ਦੀ ਮੱਸਿਆ, ਤੇ 2 ਜਨਵਰੀ ਦਾ, ਕਿਉਂਕਿ ਸੁਦੀ ਹੁੰਦਾ ਜਦੋਂ ਸ਼ੁੱਧ ਦਿਨ ਤੁਰ ਪੈਂਦੇ ਆ। ਮੱਸਿਆ ਤੋਂ ਅਗਲੀ ਗਿਣਤੀ ਸੁਦੀ ਦੀ 15 ਦਿਨ ਹੁੰਦੀ ਹੈ ਤੇ ਪੁੰਨਿਆ ਤੋਂ ਅਗਲੇ 15 ਦਿਨ ਵਦੀ ਦੇ ਹੁੰਦੇ ਨੇ। ਤੇ ਮੱਸਿਆ ਜੇ 26 ਦਸੰਬਰ ਦੀ ਆ ਪੋਹ ਦੀ, ਤੇ 2 ਜਨਵਰੀ ਪੋਹ ਸੁਦੀ 7ਵੀਂ ਆ ਗਈ, ਤੇ ਇਹਦੇ ਵਿੱਚ ਅੰਗਰੇਜ਼ੀਕਰਨ ਹੋ ਹੀ ਨਹੀਂ ਸਕਦਾ। ਇਹ ਤਾਂ ਜਦੋਂ ਪੋਹ ਦਾ ਮਹੀਨਾ ਆਏਗਾ, ਪੋਹ ਦੀ ਮੱਸਿਆ ਆਏਗੀ, ਤੇ ਮੱਸਿਆ ਤੋਂ 7ਵਾਂ ਦਿਨ ਪੋਹ ਸੁਦੀ 7ਵੀਂ ਆਏਗੀ। ਇਹ ਸਾਡਾ ਇਤਿਹਾਸ ਹੈ। ਜਦੋਂ ਅਸੀਂ ਇਹਨੂੰ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਤੇ ਖਾਮਖਾ ਦੀ ਲੜਾਈ ਆ। ਮੈਂ ਹਮੇਸ਼ਾ ਕਹਿੰਦਾ ਵੀ ਸਿੱਖਾਂ ਵਿੱਚ ਇਹ ਬੇਲੋੜੇ ਤਰਕਵਾਦ ਨੇ। ਕਦੀ ਤਾਂ ਇਹ ਨਿਤਨੇਮ ਦੀਆਂ ਬਾਣੀਆਂ ਤੇ ਤਰਕ ਕਰਦੇ ਨੇ, ਤੇ ਕਰਦੇ ਵੀ ਉਹ ਨੇ ਜਿਨ੍ਹਾਂ ਕਦੀ ਜਪਜੀ ਸਾਹਿਬ ਵੀ ਨਹੀਂ ਪੜ੍ਹਨਾ। ਮੈਂ ਬੜਾ ਫਰੈਂਕਲੀ ਹਰ ਥਾਂ ਤੇ ਕਹਿ ਦਿੰਦਾ, ਅਮਰ ਸੰਚਾਰ ਦੀਆਂ ਬਾਣੀਆਂ ਤੇ ਤਰਕ ਉਹ ਕਰਦੇ ਨੇ, ਕਿਰਪਾਨਾਂ ਉਤੋਂ ਦੀ ਪਾਈਆਂ ਨੇ, ਤੇ ਤਰਕ ਏਡਾ ਬੇਲੋੜਾ ਕਿ ਜਦੋਂ ਕਦੀ ਜਾਪ ਸਾਹਿਬ ਪੜ੍ਹਿਆ ਨਹੀਂ ਤੇ ਸਮਝ ਕੀ ਆਏਗੀ? ਨਹੀਂ ਆਏਗੀ। ਚੌਪਈ ਦਾ ਪਾਠ ਕੀਤਾ ਹੀ ਨਹੀਂ ਤਾਂ ਸਮਝ ਕੀ ਆਏਗੀ? ਨਹੀਂ ਆਏਗੀ। ਤਰਕ ਦਸਮ ਬਾਣੀ ਤੇ ਉਹ ਕਰਦੇ ਨੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਵੀ ਸਹਿਜ ਪਾਠ ਨਹੀਂ ਕੀਤਾ। ਜੇ ਕਰਦੇ ਹੁੰਦੇ ਤਾਂ ਅੰਤਰੇ ਦਾ ਪਤਾ ਹੁੰਦਾ। ਦੇਹ ਸ਼ਿਵਾ ਸਾਡੇ ਖਾਲਸਾ ਸੰਸਥਾਵਾਂ ਵਿੱਚ ਸ਼ਬਦ ਗਾਇਆ ਜਾਂਦਾ ਹੈ। ਸ਼ਿਵਾ ਦਾ ਅਰਥ 16 ਅਰਥ ਨੇ ਮਹਾਨ ਕੋਸ਼ ਵਿੱਚ। ਸ਼ਿਵਾ ਦਾ ਅਰਥ ਹੈ ਕਲਿਆਣਕਾਰੀ ਪ੍ਰਭੂ। ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਿੱਧ ਗੋਸ਼ਟ ਵਿੱਚ ਹੈ ਸ਼ਿਵ ਨਗਰੀ ਮੈਂ ਆਸਣ ਬੈਸਣ। ਉੱਥੇ ਸ਼ਿਵ ਨਗਰੀ ਕਾਲ ਪੁਰਖ ਦਾ ਸਥਾਨ ਨੂੰ ਮੰਨਿਆ ਗਿਆ। ਤੇ ਸ਼ਿਵਾ ਦਾ ਅਰਥ ਕਲਿਆਣਕਾਰੀ ਪ੍ਰਭੂ ਹੈ, ਨਾ ਕਿ ਸ਼ਿਵਾ ਦਾ ਅਰਥ ਸੰਸਕ੍ਰਿਤ ਵਿੱਚ ਪਾਰਵਤੀ ਵੀ ਹੈ, ਪਰ ਸ਼ਿਵਾ ਦੇ ਤਾਂ ਹੋਰ ਬੜੇ ਅਰਥ ਨੇ। ਜਿਵੇਂ ਮੈਂ ਕਹਿੰਦਾ ਉਹਨਾਂ ਭਗੌਤ ਸ਼ਬਦ ਪਹਿਲਾਂ ਤਾਂ ਭਗਤ ਰਵਿਦਾਸ ਜੀ ਦਾ ਆਇਆ ਅਕਾਲ ਪੁਰਖ ਵਾਸਤੇ, ਤੇ 250-300 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਭਗਉਤੀ ਜੀ ਸਹਾਏ ਅਕਾਲ ਪੁਰਖ ਵਾਸਤੇ ਵਰਤ ਰਹੇ ਨੇ। ਹੁਣ ਭਗਉਤੀ ਦਾ ਅਰਥ ਸ੍ਰੀ ਸਾਹਿਬ ਵੀ ਹੈ, ਭਗਉਤੀ ਇੱਕ ਛੰਦ ਵੀ ਹੈ, ਭਗਉਤੀ ਕਰਤਾਰ ਦਾ ਉਪਾਸ਼ਕ ਵੀ ਹੈ, ਭਗਉਤੀ ਅਕਾਲ ਪੁਰਖ ਲਈ ਵੀ ਹੈ।
ਇਹਨੂੰ ਅਸੀਂ ਸਮਰਥ ਚ ਕਹਿੰਦੇ ਹਾਂ। ਜਦੋਂ ਕਿਸੇ ਸ਼ਬਦ ਦੇ ਕਈ ਅਰਥ ਨੇ ਤਾਂ ਸਾਡਾ ਜਿਹੜਾ ਤਰਕਵਾਦ ਸੀ ਇਹਨੇ ਸਾਡੀ ਆਪਣੀ ਮਰਿਆਦਾ ਤੇ ਸ਼ੰਕੇ ਖੜੇ ਕੀਤੇ। ਸਾਡੇ ਨਿਤਨੇਮ ਤੇ, ਸਾਡੀ ਅਰਦਾਸ ਤੇ, ਹਰਮੰਦਰ ਸਾਹਿਬ ਤੇ, ਸਰੋਵਰਾਂ ਤੇ, ਤਖਤਾਂ ਦੇ ਉੱਤੇ, ਨਿਤਨੇਮ ਦੀਆਂ ਬਾਣੀਆਂ ਦੇ ਉੱਤੇ, ਅੰਮ੍ਰਿਤ ਵੇਲੇ ਦੇ ਉੱਤੇ ਇਹ ਜਿਹੜਾ ਤਰਕਵਾਦ ਹੈ ਇਹਨੇ ਸਾਨੂੰ ਇੱਕ ਸਨਕੀ ਔਰ ਸ਼ੱਕੀ ਕੌਮ ਨੂੰ ਬਣਾਤਾ। ਕਿਉਂਕਿ ਹੁਣ ਸੋਸ਼ਲ ਮੀਡੀਆ ਹਰ ਇੱਕ ਦੇ ਹੱਥ ਵਿੱਚ ਹੈ, ਤਾਂ ਸੋਸ਼ਲ ਮੀਡੀਆ ਤੇ ਜੋ ਕੁਝ ਆਈ ਜਾਂਦਾ ਅਸੀਂ ਇੱਕ ਦੂਸਰੇ ਦੇ ਖਿਲਾਫ ਹੋ ਕੇ ਖੜ ਗਏ ਹਾਂ। ਸਾਡੀ ਇਹ ਵੀ ਭਾਵਨਾ ਕਿ ਜਿਹੜਾ ਆਹ ਸ਼ਬਦ ਆ ਨਾ ਮਿਸ਼ਨਰੀ ਤੇ ਸੰਪਰਦਾਈ, ਇਹਨੂੰ ਮੇਲੀਏ। ਅਸੀਂ ਸਾਰੇ ਗੁਰੂ ਦੇ ਹਾਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਤੁਸੀਂ ਕਿਸੇ ਵੀ ਬਾਣੇ 'ਚ ਹੋ, ਸੰਪਰਦਾ 'ਚ ਹੋ, ਟਕਸਾਲ 'ਚ ਹੋ, ਮਿਸ਼ਨਰੀ ਹੋ, ਸਟੱਡੀ ਸਰਕਲ ਹੋ, ਸ਼੍ਰੋਮਣੀ ਕਮੇਟੀ ਹੈ ਤਾਂ ਗੁਰੂ ਦਾ ਪਰਿਵਾਰ ਆ ਨਾ। ਜੇ ਸਾਡੀ ਸ਼ਕਤੀ ਤਾਂ ਸਾਡੇ ਇੱਕ ਹੋਣ ਵਿੱਚ ਹੈ, ਸਾਡੇ ਲੜਨ ਵਿੱਚ, ਸਾਡੇ ਮਿਹਣਿਆਂ ਵਿੱਚ ਕੋਈ ਸ਼ਕਤੀ ਨਹੀਂ। ਇਹੋ ਤਾਂ ਦੁਸ਼ਮਣ ਚਾਹੁੰਦਾ ਕਿ ਤੁਸੀਂ ਇੱਕ ਮੁੱਠ ਨਾ ਹੋ। ਅਸੀਂ ਬਚਪਨ 'ਚ ਏਕੇ 'ਚ ਬਰਕਤ ਦੀ ਕਹਾਣੀ ਪੜ੍ਹਾਉਂਦੇ ਵੀ ਕਬੂਤਰ ਕੱਲੇ ਕੱਲੇ ਖੰਭ ਤੜਾਉਂਦੇ ਰਹੇ, ਜਦੋਂ ਇਕੱਠਿਆਂ ਨੇ ਜ਼ੋਰ ਲਾਇਆ ਤੇ ਉਹ ਜਾਲ ਲੈ ਕੇ ਉੱਡ ਗਏ। ਪਰ ਸਾਡੇ ਤੁਸੀਂ ਸਕੂਲਾਂ ਦੀਆਂ ਯੂਨੀਅਨ ਤੋਂ ਲੈ ਕੇ, ਕਾਲਜਾਂ ਯੂਨੀਵਰਸਿਟੀਆਂ ਤੋਂ ਲੈ ਕੇ, ਚਾਹੇ ਲੇਖਕਾਂ ਦੀਆਂ ਯੂਨੀਅਨ ਤੋਂ ਲੈ ਕੇ ਕੱਲੇ ਕੱਲੇ ਖੰਭ ਤੜਾਉਂਦੇ ਆ, ਕਹਾਣੀ ਸਾਰੀ ਉਮਰ ਪੜ੍ਹਾਈ ਜਾਂਦੇ, ਅਮਲ ਕੋਈ ਨਹੀਂ ਕਰਦਾ। ਮਤਲਬ ਇਹ ਬਹੁ ਗਿਣਤੀ ਜਥੇਬੰਦੀਆਂ ਕੱਲੇ ਕੱਲੇ ਖੰਭ ਕਬੂਤਰਾਂ ਵਾਕਣ ਤੜਾਉਂਦੇ ਨੇ। ਉਹ ਸਾਡੀ ਕੌਮ ਦਾ ਹਾਲ ਕਰਤਾ, ਕਿਉਂਕਿ ਸ਼ਬਦ ਇੱਕ ਅਰਥ ਰੱਖਦੇ ਆ। ਜਿਵੇਂ ਉਹਨਾਂ ਨੇ ਵਸਾ ਦਾ ਤੇ ਭਰੋਸੇ ਦਾ ਅਰਥ ਕੀਤਾ ਨਾ, ਇਸ ਤਰ੍ਹਾਂ ਵਿਵੇਕ ਦਾ ਤੇ ਤਰਕ ਦਾ ਇੱਕ ਬਹੁਤ ਵੱਡਾ ਅੰਤਰ ਹੈ। ਤਰਕਵਾਦ ਸ਼ੰਕਿਆਂ ਵਿੱਚ ਸਿੱਖ ਵਿਕਾਸ ਨਹੀਂ ਕਰ ਸਕੇਗਾ। ਸ਼ੰਕਿਆਂ ਵਿੱਚ ਤੇ ਇਹ ਰੱਬ ਤੋਂ ਵੀ ਮੁਨਕਰ ਹੋ ਜਾਏਗਾ, ਫਿਰ ਇਹ ਬਾਣੀ ਤੋਂ ਮੁਨਕਰ ਹੋ ਜਾਏਗਾ, ਫਿਰ ਤੇ ਇੱਕ ਜਾਨਵਰ ਬਣ ਕੇ ਰਹਿ ਜਾਏਗਾ, ਮਸ਼ੀਨ ਬਣ ਕੇ ਰਹਿ ਜਾਏਗਾ। ਇਸ ਲਈ ਵਿਵੇਕ ਸਾਡਾ ਵਿਵੇਕੀਆਂ ਦਾ ਪੰਥ ਹੈ। ਤਾਂ ਵਿਵੇਕੀਆਂ ਦਾ ਜਿਹੜਾ ਵਿਸ਼ਵਾਸ, ਭਰੋਸਾ, ਅਸੀਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਕੌਮ ਆਪਸ ਵਿੱਚ ਹੀ ਖੱਖੜੀਆਂ ਕਰੇਲੇ ਹੋ ਜੇ ਤੇ ਬਦਕਿਸਮਤੀ ਹੈ। ਇਸ ਕਰਕੇ ਅਰਦਾਸ ਇਹ ਸ਼ਬਦਾਂ ਦਾ ਉਹ ਰੂਪ ਹੈ ਜੋ ਸਾਡੇ ਵਡੇਰਿਆਂ ਨੇ ਸਾਨੂੰ ਬਖਸ਼ਿਸ਼ ਕੀਤਾ ਕਿ ਸਾਡੀ ਭਾਸ਼ਾ ਦੇ ਰਾਹੀਂ ਸਾਡਾ ਮੇਲ ਸਮੇਲ ਬਣਿਆ ਰਹੇ। ਬਹੁਤ ਸਾਰੀਆਂ ਉਦਾਹਰਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਛੰਦ ਹੈ ਸਾਡੀ ਲੋਕ ਭਾਸ਼ਾ ਦੇ ਨਾਲ। ਕਿਸੇ ਸਿੱਖਾਂ ਦੇ ਮਨਾਂ 'ਚ ਇਹ ਸਵਾਲ ਜਵਾਬ ਲਹਿਜੇ 'ਚ ਹੁੰਦਾ ਹੈ, ਸਤਿਗੁਰੂ ਜਿਹੜੇ ਲੋਕ ਬਹੁਤ ਮਲੀਨ ਰਹਿੰਦੇ ਨੇ, ਇਹ ਸਾਡਾ ਇੱਕ ਪੰਥ ਸੀ, ਇੱਥੇ ਇੱਕ ਲਹਿਰ ਸੀ ਹਿੰਦੁਸਤਾਨ ਵਿੱਚ ਗੰਦੇ ਰਹਿਣ ਦੀ। ਇੱਕ ਤਾਂ ਵਾਮ ਮਾਰਗੀਆਂ ਦਾ ਸੀ ਜਿਹੜੇ ਸਾਰੇ ਐਬ ਕਰਦੇ ਸਨ। ਕੁਝ ਲੋਕ ਸਨ ਵੀ ਜਿੰਨੇ ਗੰਦੇ ਰਹਾਂਗੇ ਸ਼ਾਇਦ ਰੱਬ ਫੇਰ ਮਿਲੇਗਾ, ਜਾਂ ਪਿੰਡੇ ਤੇ ਵਿਭੂਤੀ ਮਲ ਕੇ ਰਹਾਂਗੇ ਫੇਰ ਰੱਬ ਮਿਲੇਗਾ, ਜਾਂ ਕੁਝ ਮਸਾਣਾ ਵਿੱਚ ਜਾ ਕੇ ਲੋਕ ਰਾਤਾਂ ਕੱਢਦੇ ਸਨ। ਅੱਜ ਵੀ ਜਿਹਨੂੰ ਆ ਕਾਲਾ ਇਲਮ ਲੋਕ ਕਹਿੰਦੇ ਨਾ, ਵੈਸੇ ਮੈਂ ਪੜ੍ਹਿਆ ਕਾਫੀ, ਇਹ ਹੈ ਸਾਰਾ ਪਖੰਡ ਕਰਨੀ ਆ। ਸਾਡੇ ਲੋਕ ਡਰੇ ਹੋਏ ਨੇ, ਵਿੱਦਿਆ ਬੜੀ ਸਲੋ ਆਈ ਹੈ। ਇਹ ਤਾਂ ਜੇ ਮੰਗਲ ਬੁੱਧ ਸ਼ਨੀਵਾਰ ਚੋਂ ਨਹੀਂ ਨਿਕਲਦੇ, ਅੱਜ ਸ਼ਨੀਵਾਰ ਹੀ ਆ ਨਾ, ਇਹਨੂੰ ਸ਼ਨੀ ਦੇਵਤੇ ਦਾ ਦਿਨ ਗਿਣਦੇ ਨੇ। ਅਰਬਾਂ ਵਾਲੇ ਇਹਨੂੰ ਸ਼ੰਭੇ ਕਹਿੰਦੇ ਨੇ, ਤੇ ਸ਼ੰਭੇ ਨਾਂ ਦਾ ਕੋਈ ਦੇਵਤਾ ਨਹੀਂ। ਪੱਛਮ ਸਾਰਾ ਇਹਨੂੰ ਸੈਚਰਡੇ ਕਹਿੰਦਾ, ਸੈਚਰਡੇ ਨਾਂ ਦਾ ਕੋਈ ਦੇਵਤਾ ਨਹੀਂ। ਸ਼ਨੀ ਦੇ ਨਾਂ ਤੇ ਤੇਲ ਵੀ ਚੜ੍ਹਦਾ, ਸ਼ਨੀ ਦੇ ਨਾਂ ਤੇ ਨਾਰੀਅਲ ਵੀ ਭੰਨੇ ਜਾਂਦੇ ਨੇ, ਸ਼ਨੀ ਵਾਲੇ ਦਿਨ ਨਿੰਬੂ ਤੇ ਹਰੀਆਂ ਮਿਰਚਾਂ ਦਾ ਵਪਾਰ ਵੀ ਚੱਲਦਾ, ਪਰ ਸ਼ੰਭੇ ਦੇ ਨਾਂ ਤੇ ਕੋਈ ਨਹੀਂ। ਅਰਬਾਂ ਵਿੱਚ ਕਿਉਂਕਿ ਇਹਨੂੰ ਸ਼ੰਭੇ ਕਹਿੰਦੇ, ਸ਼ੰਭੇ ਨਾਂ ਤੇ ਕੋਈ ਦੇਵਤਾ ਨਹੀਂ, ਸੈਚਰਡੇ ਦੇ ਨਾਂ ਤੇ ਕੋਈ ਦੇਵਤਾ ਨਹੀਂ। ਇਹਨੂੰ ਮੈਂ ਕਹਿੰਦਾ ਸੱਭਿਆਚਾਰ। ਹਰ ਸੱਭਿਆਚਾਰ 'ਚ ਮੰਨਤਾਂ ਮਨੋਤਾਂ ਵੀ ਉਹਦੀ ਭਾਸ਼ਾ ਨਾਲ ਬਣ ਜਾਂਦੀਆਂ ਨੇ। ਅਸੀਂ ਕਹਿੰਦੇ ਬੁੱਧ ਕੰਮ ਸੁੱਧ, ਪਰ ਸਿੱਖ ਸੱਭਿਆਚਾਰ ਕਹਿੰਦਾ ਥਿੱਤੀ ਵਾਰ ਸੇਵਾ ਮੁਗਧ ਗਵਾਰ। ਜਿਹੜਾ ਦਿਨਾਂ ਦਿਹਾੜਾਂ ਦੀ ਵਿਚਾਰ ਕਰਦਾ ਵੱਡਾ ਮੂਰਖ ਹੈ। ਪਰ ਪੰਜਾਬੀ ਇਹ ਕਹਿੰਦੀ ਹੈ ਬੁੱਧ ਕੰਮ ਸੁੱਧ। ਇਹ ਪੰਜਾਬੀ ਸੱਭਿਆਚਾਰ ਵਿੱਚ ਫਿਰ ਸਿੱਖ ਸੱਭਿਆਚਾਰ ਹੈ। ਪੰਜਾਬੀ ਸੱਭਿਆਚਾਰ ਵਿੱਚ ਅਨੇਕ ਤਰ੍ਹਾਂ ਦੇ ਅੰਧ ਵਿਸ਼ਵਾਸ ਵੀ ਮਿਲ ਜਾਣਗੇ, ਪਰ ਸਿੱਖ ਸੱਭਿਆਚਾਰ, ਭਾਰਤੀ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਦੇ ਵਿੱਚੋਂ ਇੱਕ ਨਿਆਰਾਪਣ ਹੈ ਜਿਹਦੇ ਆਪਾਂ ਵਾਰਸ ਹਾਂ। ਇਸ ਕਰਕੇ ਪੰਜਾਬੀ 'ਚ ਕਈ ਅਖਾਣ ਮੁਹਾਵਰੇ ਤੁਹਾਨੂੰ ਉਲਟ ਦਿਸ਼ਾ 'ਚ ਮਿਲ ਜਾਣਗੇ। ਜਿਵੇਂ ਕੱਲ ਐਤਵਾਰ ਹੈ, ਸੰਸਕ੍ਰਿਤ 'ਚ ਅਦਿੱਤਿਆ ਕਹਿੰਦੇ ਨੇ ਸੂਰਜ ਨੂੰ, ਤੇ ਪੰਜਾਬੀ 'ਚ ਆਇਤ ਸੂਰਜ ਦਾ ਦਿਨ ਹੈ, ਵਾਰ ਮੀਨਸ ਦਿਨ। ਇਸੇ ਲਈ ਸੂਰਜ ਵਾਲੇ ਦਿਨ ਲੋਕ ਅਨੇਕ ਤਰ੍ਹਾਂ ਦੀ ਪੂਜਾ ਕਰਦੇ ਸਨ। ਤੇ ਸ਼ਨੀਵਾਰ ਦੀ ਪੂਜਾ ਵੱਖਰੇ ਢੰਗ ਦੀ ਹੈ, ਐਤਵਾਰ ਦੀ ਪੂਜਾ ਵੱਖਰੇ ਢੰਗ ਦੀ। ਹਰ ਦਿਨ ਦੀ ਕੋਈ ਅਰਥ ਹੈ ਤੇ ਹਰ ਦਿਨ ਦੇ ਨਾਲ ਕੋਈ ਨਾ ਕੋਈ ਲੋਕ ਵਿਸ਼ਵਾਸ ਜੁੜੇ ਹੋਏ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਸਿੱਖਾਂ ਨੇ ਵੀ ਕੀ ਜਿਹੜੇ ਆਹ ਲੋਕ ਫਿਰਦੇ ਨੇ, ਜਿਹੜੇ ਇੰਨੇ ਮਲੀਨ ਰਹਿੰਦੇ ਨੇ, ਵਿਭੂਤੀ ਮਲ ਕੇ ਫਿਰਦੇ ਨੇ, ਜਾਂ ਮਸਾਣਾ 'ਚ ਰਾਤਾਂ ਕੱਟਦੇ ਨੇ, ਕੀ ਰੱਬ ਇਹਨਾਂ ਨੂੰ ਮਿਲੇਗਾ?
ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ। ਸਤਿਗੁਰੂ ਕਹਿੰਦੇ ਖੂਕ ਮਲ ਹਾਰੀ, ਖੂਕ ਕਹਿੰਦੇ ਸੂਰ ਨੂੰ, ਕਹਿੰਦੇ ਜੇ ਤੁਸੀਂ ਕਹਿੰਦੇ ਹੋ ਨਾ ਗੰਦੇ ਰਹਿਣ ਨਾਲ ਰੱਬ ਮਿਲਦਾ, ਤੇ ਸੂਰ ਤੋਂ ਮੈਲਾ ਕੋਈ ਜੀਵ ਜੰਤੂ ਨਹੀਂ ਹੋ ਸਕਦਾ। ਚਿੱਕੜ ਵਿੱਚ ਰਹਿੰਦਾ, ਚਿੱਕੜ ਵਿੱਚ ਖਾਂਦਾ, ਚਿੱਕੜ ਵਿੱਚ ਲੇਟੀਆਂ ਮਾਰਦਾ, ਸਤਿਗੁਰੂ ਕਹਿੰਦੇ ਫਿਰ ਸੂਰ ਨੂੰ ਰੱਬ ਮਿਲੇਗਾ, ਬੰਦੇ ਨੂੰ ਥੋੜਾ ਮਿਲ ਸਕਦਾ। ਗਜ ਗਧਾ ਵਿਭੂਤ ਧਾਰੀ, ਗਜ ਕਹਿੰਦੇ ਹਾਥੀ ਨੂੰ, ਸਤਿਗੁਰੂ ਕਹਿੰਦੇ ਹਾਥੀ ਤੇ ਗਧੇ ਜਿੰਨਾ ਵਿਭੂਤ ਧਾਰੀ ਵੀ ਕੋਈ ਬੰਦਾ ਨਹੀਂ ਹੋ ਸਕਦਾ, ਕਿਉਂਕਿ ਲੇਟਣੀਆਂ ਮਾਰਦੇ ਨੇ ਰੇਤਾ ਦੇ ਵਿੱਚ। ਤੇ ਗਿਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ, ਗਿਦੂਆ ਕਹਿੰਦੇ ਗਿੱਦੜ ਨੂੰ, ਕਹਿੰਦੇ ਮਸਾਣਾ ਵਿੱਚ ਬੰਦਾ ਤੇ 2-4 ਘੰਟੇ ਲੁਕ ਕੇ ਕਰ ਲੇਗਾ ਕੋਈ ਨਾ ਕੋਈ ਪਖੰਡ ਕਰਮ, ਪਰ ਗਿੱਦੜ ਕਿਉਂਕਿ ਡਰਪੋਕ ਹੈ। ਕਲਗੀਧਰ ਪਾਤਸ਼ਾਹ ਨੇ ਦੇਖੋ, ਮੈਂ ਫਿਰ ਕਹਿੰਦਾ ਭਾਸ਼ਾ ਦੀ ਅਮੀਰੀ ਕੀ ਹੈ। ਸ਼ੇਰ ਸ਼ਕਤੀ ਦਾ ਪ੍ਰਤੀਕ ਹੈ ਵੀ ਉਹ ਗਰਜਦਾ, ਤੇ ਗਿੱਦੜ ਡਰਪੋਕ ਪੁਣੇ ਦਾ ਪ੍ਰਤੀਕ ਹੈ। ਸਤਿਗੁਰਾਂ ਨੇ ਜਿਹੜਾ ਆਮ ਤੌਰ ਤੇ ਢਾਡੀਆਂ ਕੋਲੋਂ ਪ੍ਰਸੰਗ ਸੁਣਦੇ ਹੋ ਨਾ, ਕਿ ਚਿੜੀਓਂ ਸੇ ਮੈਂ ਬਾਜ ਤੜਾਊਂ, ਜੀਵ ਵਿਗਿਆਨ ਇਹ ਕਹਿੰਦਾ ਕਿ ਜਿਵੇਂ ਸਧਾਰਨ ਬੰਦੇ ਦਾ ਦਿਲ 1 ਮਿੰਟ ਵਿੱਚ 72 ਵਾਰ ਧੜਕਦਾ ਹੈ, ਚਿੜੀ ਦਾ ਜਿਹੜਾ ਦਿਲ ਆ 540 ਵਾਰ ਧੜਕਦਾ। ਆਪਾਂ ਪੰਜਾਬੀ ਐਵੇਂ ਨਹੀਂ ਕਹਿੰਦੇ ਤਾਂ ਚਿੜੀ ਵਰਗਾ ਦਿਲ ਇਹਨੇ ਕੀ ਕਰਨਾ, ਉਹਦਾ ਕਾਰਨ ਹੈ ਕੋਈ ਹਾਰਟ ਬੀਟ ਬਹੁਤ ਤੇਜ਼ ਹੈ। ਬਾਜ ਖੁਦ ਸ਼ਿਕਾਰ ਕਰਦਾ, ਪਰ ਬਾਜ ਫੀਮੇਲ ਹੈ, ਬਾਜ ਮੇਲ ਨਹੀਂ ਹੈ, ਇਸਤਰੀ ਲਿੰਗ ਹੈ। ਬਾਜ ਦਾ ਜਿਹੜਾ ਨਰ ਬਾਜ ਆ ਉਹਨੂੰ ਜੁਰਰਾ ਕਹਿੰਦੇ ਨੇ, ਇਹ ਬਹੁਤ ਘੱਟ ਵਰਤਿਆ ਗਿਆ ਲੋਕ ਭਾਸ਼ਾ 'ਚ। ਬੁੱਲੇ ਸ਼ਾਹ ਨੇ ਵਰਤਿਆ, ਕਾਉਂ ਲਗੜ ਕੋ ਮਾਰਨ ਲੱਗੇ ਚਿੜ, ਮੈਂ ਉਹਨਾਂ ਨੂੰ ਬਾਜਾਂ ਵਰਗੀ ਸ਼ਕਤੀ ਦਿਆਂਗਾ, ਕੋਈ ਸ਼ਿਕਾਰ ਕਰ ਸਕਦੇ ਨੇ। ਗਿੱਦੜੋਂ ਸੇ ਮੈਂ ਸ਼ੇਰ ਬਣਾਉਂ, ਜੀਵ ਵਿਗਿਆਨ ਕਹਿੰਦਾ ਕਿ ਗਿੱਦੜ ਆਪਣੇ ਪਰਛਾਵੇਂ ਕੋਲੋਂ ਡਰ ਕੇ 24 ਘੰਟੇ ਜੰਗਲ ਦੇ ਵਿੱਚ ਡਰਪੋਕਪੁਣੇ ਵਿੱਚ ਜਿਉਂਦਾ। ਜਿਹੜਾ ਜੀਵ, ਜਿਹੜਾ ਇਨਸਾਨ ਪਰਛਾਵੇਂ ਤੋਂ ਡਰਦਾ ਹੋਵੇ, ਉਹਦਾ ਜੀਵਨ ਕੋਈ ਨਹੀਂ ਹੁੰਦਾ। ਮੈਂ ਹਮੇਸ਼ਾ ਕਹਿੰਦਾ ਉਹਨਾਂ ਸਿੱਖ ਸੱਭਿਆਚਾਰ ਨੇ ਸੰਘਾਊਪੁਣਾ ਦਿੱਤਾ, ਸਾਡਾ ਨਾਮਕਰਨ ਦਿੱਤਾ ਹੈ ਕਿ ਸਿੰਘ ਹੈ, ਸਿੰਘ ਦਾ ਅਰਥ ਵੀ ਸ਼ੇਰ, ਤਾਂ ਸ਼ੇਰ ਸ਼ਕਤੀ ਦਾ ਪ੍ਰਤੀਕ ਹੈ, ਗਿੱਦੜ ਡਰਪੋਕਪੁਣੇ ਦਾ ਪ੍ਰਤੀਕ ਹੈ। ਪਰ ਜੇ ਸਿੰਘ ਹੋ ਕੇ ਉਹ ਕਵੇ ਅੱਜ ਮੰਗਲਵਾਰ ਹੈ, ਵੀਰਵਾਰ ਹੈ, ਸ਼ਨੀਵਾਰ ਹੈ, ਬਿੱਲੀ ਰਾਹ ਕੱਟ ਗਈ, ਕੁੱਤਾ ਕੰਨ ਫਿਟ ਗਿਆ, ਸੂਰਜ ਗ੍ਰਹਿਣ ਲੱਗ ਗਿਆ, ਚੰਦਰਮਾ ਗ੍ਰਹਿਣ ਲੱਗ ਗਿਆ, ਮੜੀਆਂ ਤੇ ਚੱਲੇ, ਕਬਰਾਂ ਤੇ ਚੱਲੇ ਆ, ਨਾਰੀਅਲ ਚੜਾਉਣ ਚੱਲੇ ਆ, ਨਿੰਬੂ ਹਰੀਆਂ ਮਿਰਚਾਂ ਸੁੱਖਣ ਚੱਲੇ ਆ, ਫਿਰ ਸ਼ੇਰਪੁਣਾ ਤੇ ਨਾ ਹੋਇਆ, ਫਿਰ ਸੰਘਾਊਪੁਣਾ ਤੇ ਨਾ ਹੋਇਆ। ਗਿੱਦੜਪੁਣਾ ਇੱਕ ਮਾਨਸਿਕਤਾ ਦਾ ਪ੍ਰਤੀਕ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਗਿਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ, ਕਹਿੰਦੇ ਗਿੱਦੜ ਤਾਂ ਫਿਰ ਰਹਿੰਦਾ ਹੀ ਮਸਾਣਾਂ ਦੇ ਵਿੱਚ ਹੈ। ਜੇ ਮਸਾਣਾਂ ਵਿੱਚ ਰਾਤਾਂ ਕੱਟਣ ਨਾਲ ਰੱਬ ਮਿਲਦਾ ਹੁੰਦਾ ਤੇ ਗਿੱਦੜ ਨੂੰ ਮਿਲਦਾ। ਅੱਗੇ ਸਤਿਗੁਰੂ ਕਹਿੰਦੇ ਘੁੱਗੂ ਮੱਟ ਵਾਸੀ ਲੱਗੇ ਡੋਲਤ ਉਦਾਸੀ ਮਿਰਗ ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਘੁੱਗੂ ਕਹਿੰਦੇ ਉੱਲੂ ਨੂੰ, ਸਾਡਾ ਲੋਕ ਸ਼ਬਦ ਹੈ ਘੁੱਗੂ। ਕਹਿੰਦੇ ਜੇ ਰੱਬ ਮੱਠਾਂ ਵਿੱਚ ਰਹਿਣ ਨਾਲ ਮਿਲਦਾ ਹੋਵੇ ਤਾਂ ਘੁੱਗੂ ਜਿਹੜਾ ਉੱਲੂ ਆ ਰਹਿੰਦਾ ਹੀ ਮੱਠਾਂ ਵਿੱਚ ਹੈ। ਜੇ ਉਦਾਸ ਰਹਿਣ ਨਾਲ ਮਿਲਦਾ ਹੋਵੇ ਤਾਂ ਮਿਰਗ ਜਿਹੜੇ ਜੰਗਲਾਂ ਦੇ ਵਿੱਚ ਉਪਰਾਮ ਹੋ ਕੇ ਚੱਲਦੇ ਨੇ, ਤੇ ਜੇ ਚੁੱਪ ਰਹਿਣ ਨਾਲ ਮਿਲਦਾ ਹੋਵੇ ਤੇ ਤਰਵਰ ਕਹਿੰਦੇ ਰੁੱਖਾਂ ਨੂੰ, ਜੈਸੇ ਤਰਵਰ ਪੰਖ ਬਸੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਜਿਹੜੇ ਰੁੱਖ ਨੇ ਸੈਂਕੜੇ ਸਾਲਾਂ ਤੱਕ ਚੁੱਪ ਚਪੀਤ ਰਹਿੰਦੇ ਨੇ। ਅੱਗੇ ਸਤਿਗੁਰੂ ਕਹਿੰਦੇ ਬਿੰਦ ਕੇ ਸੰਧਈਆ ਤਾਹੇ ਹੀਜ ਕੋ ਵਡਈਆ ਦੇਤ। ਜੇ ਗ੍ਰਸਤ ਤਿਆਗਣ ਦੇ ਨਾਲ ਰੱਬ ਮਿਲਦਾ ਹੁੰਦਾ ਤਾਂ ਬਿੰਦ ਰੱਖ ਜੋ ਤਰੀਏ ਪਾਈ ਖੁਸਰੇ ਕਿਉਂ ਨਾ ਪਰਮਗਤ ਪਾਈ, ਭਗਤ ਬਾਣੀ ਚਾਹੁੰਦਾ। ਕਲਗੀਧਰ ਪਾਤਸ਼ਾਹ ਉਹ ਸ਼ਬਦ ਉਸੇ ਪ੍ਰਕਰਨ ਵਿੱਚ ਹੈ, ਬਿੰਦ ਕੇ ਸਦਈਆ ਤਾਹੇ ਹੀਜ ਕੋ ਵਡਈਆ ਦੇਤ। ਹੀਜ ਕਹਿੰਦੇ ਹੀਜੜੇ ਨੂੰ, ਕਹਿੰਦੇ ਫੇਰ ਇਹ ਵਡਿਆਈ ਤਾਂ ਹੀਜੜੇ ਨੂੰ ਖੁਸਰੇ ਨੂੰ ਮਿਲਣੀ ਸੀ। ਬਾਂਦਰ ਸਦੀਵ ਪਾਉ ਨਾਂਗੇ ਹੀ ਫਿਰਤ ਹੈ। ਜੇ ਨੰਗੇ ਪੈਰਾਂ ਨਾਲ ਮਿਲਦਾ ਹੁੰਦਾ, ਕੁਝ ਲੋਕ ਭ੍ਰਮਣ ਕਰਦੇ ਸਨ ਵੀ ਸ਼ਾਇਦ ਨੰਗੇ ਪੈਰੀ ਜਗ੍ਹਾ ਜਗ੍ਹਾ ਯਾਤਰਾ ਕਰਦੇ ਫਿਰੋ ਤੇ ਸ਼ਾਇਦ ਰੱਬ ਮਿਲਦਾ। ਸਤਿਗੁਰੂ ਕਹਿੰਦੇ ਬਾਂਦਰਾਂ ਦੀ ਫੌਜ ਇੰਨੀ ਸੁਚੇਤ ਹੈ, ਇਹ ਸਾਰੇ ਨੰਗੇ ਪੈਰੀ ਰਹਿੰਦੇ, ਫਿਰ ਰੱਬ ਇਹਨਾਂ ਨੂੰ ਮਿਲਦਾ। ਅੱਗੇ ਸਤਿਗੁਰੂ ਦੇ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਹੀਨ ਛੀਨ ਕੈਸੇ ਕੇ ਤਰਤ ਹੈ। ਕੁਝ ਲੋਕ ਰਸਾਂ ਕਸਾਂ ਦੇ ਅਧੀਨ ਜ਼ਿੰਦਗੀ ਜਿਉਂਦੇ ਨੇ। ਸਤਿਗੁਰੂ ਕਹਿੰਦੇ ਕੋਈ ਨੂੰ ਸਿਰਾ ਨਹੀਂ ਮਿਲੇਗਾ। ਗਿਆਨ ਕੇ ਬਹੀਨ, ਇੱਕ ਗਿਆਨ ਤੋਂ ਬਿਨਾ ਸ਼ੀਨ ਹੁੰਦਾ, ਜਿਹੜੇ ਟੁੱਟੇ ਹੋਏ ਲੀਰੋ ਲੀਰ ਹੋਏ, ਕਹਿੰਦੇ ਇਹ ਕਿਸੇ ਅੰਤ ਨੂੰ ਨਹੀਂ ਪਾ ਸਕਣਗੇ। ਇਹ ਹੁਣ ਹੈਗਾ ਲੋਕ ਮੁਹਾਵਰਾ। ਲੋਕ ਮੁਹਾਵਰੇ ਵਿੱਚ ਜਿੰਨੇ ਉਦਾਹਰਨਾਂ ਨੇ, ਮਨੁੱਖ ਨੂੰ ਸਮਝ ਤਾਂ ਆਉਂਦੀਆਂ ਜੇ ਉਸ ਭਾਸ਼ਾ ਦਾ ਗਿਆਤਾ ਹੋਏਗਾ। ਤੇ ਉਸ ਭਾਸ਼ਾ ਵਿੱਚ ਜਿੰਨੀ ਸਰਲ ਸਖੈਨ ਸ਼ੈਲੀ ਵਿੱਚ ਮਨੁੱਖ ਸਮਝ ਸਕਦਾ, ਦੂਸਰੀ ਭਾਸ਼ਾ ਵਿੱਚ ਅੱਜ ਦਾ ਜਿਹੜਾ ਮਨੋਵਿਗਿਆਨ ਫਲਸਫਾ ਹੈ ਉਹ ਇਹ ਮੰਨਦਾ ਕਿ ਮਨੁੱਖ ਆਪਣੇ ਆਪ ਨਾਲ ਜਿਉਣਾ ਸਿੱਖੇ। ਆਪਾਂ ਬਹੁਤ ਸਾਰੇ ਲੋਕ ਸਰਵਸਮੈਨ ਹੈ,
ਜਦੋਂ 58-60 ਤੇ ਰਿਟਾਇਰ ਹੋ ਜਾਂਦੇ ਆ, ਸਾਡਾ ਆਪਣਾ ਸੰਸਾਰ ਕੋਈ ਵੀ ਨਹੀਂ ਹੁੰਦਾ। ਹਾਂ, ਜਿਨ੍ਹਾਂ ਤੇ ਬਖਸ਼ਿਸ਼ ਹੈ ਸਤਿਗੁਰੂ ਦੀ, ਕੋਈ ਗੁਰਦੁਆਰਾ ਸਾਹਿਬ ਸੇਵਾ ਕਰਦਾ, ਕੋਈ ਨਿਤਨੇਮ ਆ ਕੇ ਕਰਦਾ, ਕਿਸੇ ਨੇ ਰੁੱਖਾਂ ਬੂਟਿਆਂ ਦੀ ਸੇਵਾ ਨਾਲ ਆਪਣੇ ਨੂੰ ਜੋੜ ਲਿਆ, ਕਿਸੇ ਨੇ ਹਰਿਮੰਦਰ ਸਾਹਿਬ ਚਲੇ ਗਏ। ਹਰ ਬੰਦਾ ਜਿਸ ਵੀ ਧਰਤੀ ਤੇ ਵਸਦਾ, ਜੇ ਉਹਨੇ ਆਪਣਾ ਸੰਸਾਰ ਨਹੀਂ ਸਿਰਜਿਆ ਤੇ ਉਹ ਜਦੋਂ 58-60 ਤੇ ਚਲਾ ਜਾਂਦਾ ਮਾਨਸਿਕ ਤੌਰ ਤੇ ਪਜ਼ਲ ਹੋ ਜਾਂਦਾ ਹੈ। ਇਸ ਲਈ ਜਿਹੜਾ ਸਵੈ ਅਧਿਐਨ, ਸਵੈ ਚਿੰਤਨ ਹੈ, ਇਹ ਵੀ ਆਪਣੀ ਭਾਸ਼ਾ 'ਚ ਮਨੁੱਖ ਨੂੰ ਹੀ ਸਮਝ ਆਉਂਦਾ ਵੀ ਕਦੇ ਕੁਝ ਮਿੰਟ ਲਈ ਆਪਣੇ ਆਪ ਨਾਲ ਬਹਿਣਾ, ਆਪਣੇ ਆਪ ਨਾਲ ਗੱਲ ਕਰਨੀ ਤੇ ਆਪਣੇ ਜੀਵਨ ਵਿੱਚ ਆਪਣਾ ਸੰਸਾਰ ਆਪ ਵਸਾਉਣਾ। ਇਹ ਜਿਹੜੀ ਰਹਿਮਤ ਹੈ, ਕਿਉਂਕਿ ਸਾਡੇ ਕੋਲ ਇੰਨਾ ਅਮੀਰ ਸਾਹਿਤ ਹੈ, ਇੰਨੀ ਸਾਡੇ ਕੋਲੇ ਸਤਿਗੁਰਾਂ ਦੀ ਬਖਸ਼ਿਸ਼ ਹੈ, ਇੰਨਾ ਅਮੀਰ ਇਤਿਹਾਸ ਹੈ, ਇਹ ਮਨੁੱਖ ਦੇ ਬੌਧਿਕ ਵਿਕਾਸ ਵਾਸਤੇ ਉਹਦੀ ਜਿਹੜੀ ਭਾਸ਼ਾ ਦਾ ਗਿਆਨ, ਉਹਦੀ ਭਾਸ਼ਾ ਦਾ ਮਾਣ, ਉਹਦੇ ਸੱਭਿਆਚਾਰ ਦਾ ਮਾਣ, ਉਹ ਹੋਣਾ ਹਰ ਮਨੁੱਖ ਕੋਲੇ ਜ਼ਰੂਰੀ ਹੈ। ਇਸ ਲਈ ਜੇ ਆਪਾਂ ਸੰਸਾਰ ਭਰ ਵਿੱਚ, ਜਿਹਨੂੰ ਭਾਈ ਵੀਰ ਸਿੰਘ ਜੀ ਨੇ ਇੱਕ ਜਗ੍ਹਾ ਲਿਖਿਆ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਸਿੱਖੀ ਕੀ ਹੈ? ਆਪਣੀ ਸੁਰਤੀ ਨੂੰ ਬਲਵਾਨ ਕਰਨਾ। ਹੁਣ ਸੁਰਤੀ ਬਲਵਾਨ ਤਦ ਹੋਏਗੀ, ਤਨ ਤਕੜਾ ਉਸ ਸਮੇਂ ਤੱਕ ਹੈ ਜਦੋਂ ਤੱਕ ਤਨ ਦੀ ਖੁਰਾਕ ਚੰਗੀ ਹੈ। ਜੇ ਤਨ ਦੀ ਖੁਰਾਕ ਵੀ ਮਾੜੀ ਹੋਵੇ ਤੇ ਬਹੁਤ ਸਾਰੀ ਇਨਫੈਕਸ਼ਨ ਦੇ ਨਾਲ ਲੋਕ ਕੁਝ ਚੀਜ਼ਾਂ ਖਾ ਕੇ ਆਪਣੇ ਆਪ ਹੀ ਬਿਮਾਰ ਹੋ ਜਾਂਦੇ। ਮੈਂ ਹਮੇਸ਼ਾ ਕਹਿੰਦਾ, ਜਦੋਂ ਸਤਿਗੁਰਾਂ ਨੇ ਬਾਣੀ 'ਚ ਕਿਹਾ ਨਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਵਕਾਰ। ਹੋਰ ਖਾਣ ਦਾ ਮਤਲਬ ਭੁੱਖ ਤੋਂ ਵੱਧ ਕੇ ਰਸਾਂ ਕਸਾਂ ਵਾਸਤੇ ਜਦੋਂ ਮਨੁੱਖ ਖਾਏਗਾ, ਉਦੋਂ ਉਹਨੂੰ ਕੋਈ ਵੀ ਬਿਮਾਰੀ ਹੋਏਗੀ, ਉਹ ਉਹਨੂੰ ਖੁਆਰ ਕਰੇਗੀ, ਉਹ ਖੁਰਾਕ ਵੀ ਉਹਨੂੰ ਖੁਆਰ ਕਰੇਗੀ। ਉਸੇ ਨੂੰ ਕਲਗੀਧਰ ਪਾਤਸ਼ਾਹ ਲਿਖਦੇ ਨੇ, ਅਲਪਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਥੋੜਾ ਖਾਣਾ, ਥੋੜਾ ਸੌਣਾ। ਥੋੜਾ ਸੌਣਾ ਹੁੰਦਾ ਗੁਜ਼ਾਰੇ ਜੋਗਾ ਸੌਣਾ, 7-8 ਘੰਟੇ ਸੌਣਾ ਲੋੜ ਹੈ, ਪਰ 15 ਘੰਟੇ ਸੌਣਾ ਬਿਮਾਰੀ ਹੈ। ਬੱਚਿਆਂ ਨੂੰ ਮੈਂ ਉਹ ਕਹਿੰਦਾ ਹੁੰਦਾ ਵੀ 7-8 ਘੰਟੇ ਤਾਂ ਤੁਹਾਡੀ ਲੋੜ ਆ ਤੰਦਰੁਸਤੀ ਵਾਸਤੇ, ਸੌਣਾ ਵੀ ਜ਼ਰੂਰੀ ਹੈ। ਪਰ ਜੇ ਤੁਸੀਂ ਐਤਵਾਰ ਵਾਲੇ ਦਿਨ 24 ਘੰਟੇ 'ਚ 20 ਘੰਟੇ ਸੁੱਤੇ ਰਹਿੰਦੇ ਹੋ ਤੇ ਇਹ ਵੀ ਬਿਮਾਰੀ ਹੈ। ਮਤ ਸੋਚੋ ਵੀ ਇਹ ਤੰਦਰੁਸਤੀ ਦਾ ਰਾਜ ਹੈ। ਸਤਿਗੁਰੂ ਕਹਿੰਦੇ ਦਇਆ ਵੀ ਕਰੋ, ਖਿਮਾ ਵੀ ਕਰੋ, ਪਰ ਆਪਣੇ ਤਨ ਨੂੰ ਆਪ ਪ੍ਰੀਤ। ਜਦੋਂ ਸਾਡੇ ਪੰਜਾਬੀ ਲੋਕ ਆਪਣੇ ਤਨ ਨੂੰ ਆਪ ਪ੍ਰੀਤ ਕਰਨ ਵਾਲੀ ਭਾਵਨਾ ਨੂੰ ਸਮਝ ਜਾਣਗੇ ਤੇ ਸਾਨੂੰ ਆ ਜਿੰਨੇ ਨਸ਼ੇ ਨੇ, ਜਿੰਨੀਆਂ ਗੋਲੀਆਂ ਕੈਪਸੂਲਾਂ ਦੀ ਦਵਾਈ ਪਾਉਂਦੇ ਆ, ਇਹਨਾਂ ਨੇ ਹਟਣਾ ਹੀ ਉਦੋਂ ਆ ਜਦੋਂ ਇਹ ਖੁਦ ਸਮਝਣਗੇ ਵੀ ਆਪਣੇ ਤਨ ਨੂੰ ਆਪ ਵੀ ਪ੍ਰੀਤ ਕਰੀਦੀ ਆ। ਜਦੋਂ ਖਾਸ ਕਰਕੇ ਮੈਂ ਮਾਲਵੇ 'ਚ ਜਾਂਦਾ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਤੁਸੀਂ ਜੋ ਟਰੈਕਟਰਾਂ 'ਚ ਤੇਲ ਪਾਉਣਾ ਹੋਵੇ, ਤੁਸੀਂ 5-5 ਪੈਟਰੋਲ ਪੰਪ ਛੱਡ ਜਾਂਦੇ ਹੋ ਵੀ ਆਹ ਵੀ ਮਿੱਟੀ ਦਾ ਤੇਲ ਲਾਉਂਦਾ, ਇਹਦੀ ਐਵਰੇਜ ਮਾੜੀ ਹੈ। ਜਦੋਂ ਤੁਸੀਂ ਗੱਡੀਆਂ ਸਕੂਟਰਾਂ 'ਚ ਪਾਉਣਾ ਹੋਵੇ, ਤੁਸੀਂ 2-2 ਪੈਟਰੋਲ ਪੰਪ ਛੱਡ ਕੇ ਜਾਂਦੇ ਹੋ ਵੀ ਇਹਦਾ ਪੈਟਰੋਲ ਮਾੜਾ, ਇਹਦਾ ਚੰਗਾ। ਜਦੋਂ ਤੁਸੀਂ ਸਰੀਰ ਰੂਪੀ ਇੰਜਣ ਦੇ ਵਿੱਚ ਕੁਝ ਪਾਉਣਾ ਹੋਵੇ, ਜੋ ਭੁੱਕੀ ਕੈਪਸੂਲ, ਬੇਈ, ਕੜੀ, ਤਲੇ ਸਮੋਸੇ, ਜੋ ਗੰਦਮੰਦ ਪਾਈ ਜਾਂਦੇ ਵੀ ਇਹ ਬਾਬੇ ਦਾ ਇੰਜਣ ਹੈ, ਇਹਨੇ ਕਿਹੜਾ ਖਰਾਬ ਹੋਣਾ। ਤੁਹਾਨੂੰ ਮੋਟਰਸਾਈਕਲ ਦੇ ਇੰਜਣ ਦਾ ਫਿਕਰ ਹੈ, ਕਾਰ ਦੇ ਇੰਜਣ ਦਾ ਫਿਕਰ ਹੈ, ਟਰੈਕਟਰ ਦੇ ਇੰਜਣ ਦਾ ਫਿਕਰ ਹੈ, ਨਹੀਂ ਫਿਕਰ ਹੈ ਤੇ ਆਪਣੇ ਇੰਜਣ ਦਾ ਨਹੀਂ ਫਿਕਰ। ਇਹ ਚੇਤਨਤਾ ਵਾਰ-ਵਾਰ ਸਤਿਗੁਰਾਂ ਨੇ ਬਾਣੀ 'ਚ ਦ੍ਰਿੜ ਕਰਾਈ। ਕਲਗੀਧਰ ਪਾਤਸ਼ਾਹ ਕਹਿੰਦੇ ਆਪਣੇ ਤਨ ਨੂੰ ਜਦ ਆਪ ਪ੍ਰੀਤ ਕਰੇਗਾ ਮੇਰਾ ਦੁਨੀਆ ਦਾ ਬਸ਼ਿੰਦਾ, ਇਹ ਜਿੰਨੇ ਰੋਗ ਨੇ, ਜਦ ਤੱਕ ਮਨੁੱਖ ਆਪਣੇ ਆਪ ਤੋਂ ਵੇਸਲ ਹੈ ਤਦ ਤੱਕ ਇਹ ਬਿਮਾਰ ਰਹੇਗਾ। ਜਦੋਂ ਖੁਦ ਸੁਚੇਤ ਹੋਏਗਾ, ਤਨ ਨੂੰ ਆਪਣੇ ਆਪ ਨੂੰ ਆਪ ਪ੍ਰੀਤ ਕਰਨ ਦਾ ਮਤਲਬ ਫਿਰ ਬੰਦਾ ਬੁਰੀ ਚੀਜ਼ ਨਹੀਂ ਖਾਏਗਾ। ਕਦੀ ਕਿਸੇ ਨੇ ਸੋਚਿਆ ਕਿ ਪੈਟਰੋਲ ਵਾਲੀ ਗੱਡੀ 'ਚ ਡੀਜ਼ਲ ਸਸਤਾ ਪਵਾ ਲਈਏ? ਉਹਨੂੰ ਪਤਾ ਕਿ ਇਹਨੇ ਖਰਾਬ ਹੋ ਜਾਣਾ। ਤੇ ਡੀਜ਼ਲ ਵਾਲੀ ਗੱਡੀ 'ਚ ਪੈਟਰੋਲ ਪਵਾ ਲਈਏ? ਕਦੀ ਹੋ ਹੀ ਨਹੀਂ ਸਕਦਾ। ਮਤਲਬ ਬੰਦਾ ਇੰਨਾ ਸੁਚੇਤ ਹੈ, ਇਹਨੂੰ ਪਤਾ ਵੀ ਡੀਜ਼ਲ ਵਾਲੀ 'ਚ ਡੀਜ਼ਲ ਹੀ ਪੈਣਾ, ਪੈਟਰੋਲ ਵਾਲੀ 'ਚ ਪੈਟਰੋਲ ਹੀ ਪੈਣਾ। ਜੇ ਉਲਟ ਪੈ ਗਿਆ ਇਹਨੇ ਖਤਮ ਹੋ ਜਾਣਾ, ਸਾਰੀ ਮਸ਼ੀਨਰੀ ਖਰਾਬ ਹੋ ਜਾਣੀ ਹੈ। ਪਰ ਆਪਣੇ ਬਾਰੇ ਇਹਨੇ ਕਦੀ ਨਹੀਂ ਸੋਚਿਆ ਵੀ ਇਹਦੇ ਖਾਣਯੋਗ ਕਿਹੜੀ ਚੀਜ਼ ਹੈ ਤੇ ਕਿਹੜੀ ਨਹੀਂ ਖਾਣਯੋਗ ਆ। ਅੱਖਾਂ ਮੀਚ ਕੇ ਜਿਹੜੇ ਸੁਚੇਤ ਨੇ ਉਹ ਤੰਦਰੁਸਤ ਨੇ। ਮੈਂ ਨਹੀਂ ਕਹਿੰਦਾ ਵੀ ਸਾਰੀ ਦੁਨੀਆ ਹੀ ਬੇਖਬਰ ਹੈ। ਜਿਹੜੇ ਸੁਚੇਤ ਨੇ ਉਹ ਚੜ੍ਹਦੀ ਕਲਾ 'ਚ ਤੰਦਰੁਸਤ ਨੇ, ਜਿਹੜੇ ਅਚੇਤ ਨੇ ਸਮੱਸਿਆ ਹੀ ਉਹਨਾਂ ਦੀਆਂ। ਅਸਲ ਵਿੱਚ ਤੇ ਆਪਾਂ ਬਿਮਾਰੀ ਦਾ ਇਲਾਜ ਕਰਨ ਵਾਸਤੇ, ਬਿਮਾਰ ਬੂਟਿਆਂ ਦੇ ਇਲਾਜ ਵਾਸਤੇ ਹੀ ਤਾਂ ਖੋਜਾਂ ਹੁੰਦੀਆਂ ਨੇ। ਤੇ ਇਹਨਾਂ ਖੋਜਾਂ ਦੇ ਵਿੱਚ ਜਿਹੜੀ ਸਾਡੀ ਲੋਕ ਮਾਨਸਿਕਤਾ, ਕਿਉਂਕਿ ਜਦੋਂ ਅਸੀਂ ਬਾਣੀ ਦੀਆਂ ਉਦਾਹਰਨਾਂ ਨਾਲ, ਜਨਮ ਸਾਖੀਆਂ ਨਾਲ, ਦਸਮ ਪਾਤਸ਼ਾਹ ਦੀ ਬਾਣੀ ਨਾਲ ਗੱਲ ਕਰਦੇ ਤਾਂ ਸਾਡੇ ਮਨ ਨੂੰ ਟੁੰਬਦੀ ਹੈ ਵੀ ਇਹ ਸਾਨੂੰ ਕਰਨੀ ਚਾਹੀਦੀ ਹੈ। ਜੇ ਕਿਸੇ ਦੀ ਸਧਾਰਨ ਭਾਸ਼ਾ ਦੀ ਗੱਲ ਹੋਏਗੀ ਉਹ ਸਾਨੂੰ ਨਹੀਂ ਟੁੰਬੇਗੀ, ਕਿਉਂਕਿ ਇਹ ਸਾਡੇ ਪੂਰਵਜਾਂ ਨੇ ਸਾਨੂੰ ਵਿਰਸੇ 'ਚ ਦਿੱਤੀ ਹੈ। ਇਸ ਕਰਕੇ ਜਿਹੜਾ ਸੁਰਤੀ ਦੀ ਬਲਵਾਨ ਹੋਣਾ ਤੇ ਮਨ ਦੀ ਖੁਰਾਕ, ਕਿਉਂਕਿ ਸਤਿਗੁਰਾਂ ਨੇ ਕਿਹਾ ਕਿ ਮਨ ਦੀ ਖੁਰਾਕ ਤੱਕ ਜਦ ਮਨੁੱਖ ਨਹੀਂ ਖਾਏਗਾ,
ਮਨ ਕਰਕੇ ਕਮਜ਼ੋਰ ਹੋਏਗਾ, ਤੇ ਮਨ ਕਰਕੇ ਕਮਜ਼ੋਰ ਬੰਦਾ ਡਰਪੋਕ ਹੁੰਦਾ, ਡਿਪਰੈਸ਼ਨ 'ਚ ਹੁੰਦਾ, ਟੈਨਸ਼ਨ 'ਚ ਹੁੰਦਾ। ਤੇ ਜਿਹੜੀ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਕਿ ਇਹਦੇ ਵਿੱਚ ਨਾਮ ਦੀ ਗੱਲ ਵੀ ਕਰਦੇ ਹਾਂ, ਤੇ ਇਹਦੇ ਵਿੱਚ ਸਰਬੱਤ ਦੇ ਭਲੇ ਦੀ ਵੀ ਕਰਦੇ ਹਾਂ, ਤੇ ਭਾਣੇ ਦੀ ਵੀ ਕਰਦੇ ਹਾਂ, ਤੇ ਇਹਨਾਂ ਦਾ ਸੁਮੇਲ ਹੀ ਅਸਲ ਵਿੱਚ ਸੰਪੂਰਨ ਸ਼ਖਸੀਅਤ ਦਾ ਗੁਣ ਆ। ਮੈਂ ਇੱਕ ਗੱਲ ਕਰਕੇ ਸਮਾਪਤੀ ਕਰਾਂਗਾ। 2400 ਸਾਲ ਪਹਿਲਾਂ ਚਾਣਕੀਆ ਪੰਡਤ ਨੇ ਚਣਾਕਾ ਨੀਤੀ ਲਿਖੀ। ਇਹ ਸੰਸਕ੍ਰਿਤ ਦਾ ਗ੍ਰੰਥ ਸੀਗਾ। ਇਹਦਾ ਪਹਿਲੀ ਵਾਰ ਅਨੁਵਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੈਨਾਪਤੀ ਕਵੀ ਕੋਲੋਂ ਕਰਾਇਆ। ਵੀ ਕਿਸੇ ਧਰਤੀ ਦਾ ਜਿਹੜਾ ਸਾਹਿਤ ਹੈ, ਕਲਗੀਧਰ ਪਾਤਸ਼ਾਹ ਸਮਰੱਥ ਨੇ, ਪਰ ਫੇਰ ਵੀ ਕਿਸੇ ਚੰਗੀ ਭਾਸ਼ਾ ਨੂੰ, ਕਿਸੇ ਗਿਆਨ ਨੂੰ ਇਹ ਮਾਨਤਾ ਦਿੱਤੀ ਕਿ ਇਹ ਕਵੀ ਰਲ ਕੇ ਹੋਰ ਚੰਗਾ ਕੰਮ ਕਰਨ, ਕਿ ਇਸ ਧਰਤੀ ਦੇ ਵਾਰਸ ਵੱਧ ਤੋਂ ਵੱਧ ਪੜ੍ਹਨ। ਇਹ ਲਾਇਬ੍ਰੇਰੀਆਂ ਹੋਣੀਆਂ ਵੀ ਜ਼ਰੂਰੀ ਹੈ। ਖਾਸ ਕਰਕੇ ਮੈਂ ਜਿੱਥੇ ਇਹ ਦੁਆਬੇ 'ਚ ਗੇਟ ਬੜੇ ਬਣਾਏ, ਲੋਕਾਂ ਨੇ ਪੈਸੇ ਲਾ ਲਾ, ਮੈਂ ਬੜੇ ਸਮਾਗਮਾਂ ਤੇ ਜਾ ਕੇ ਕਹਿਣਾ ਤੁਸੀਂ ਗੇਟ ਤੇ 3-4 ਲੱਖ ਰੁਪਈਆ ਲਾਤਾ, ਇਹਦੇ ਨਾਲ ਲਾਇਬ੍ਰੇਰੀ ਬਣਾ ਲੈਂਦੇ ਪਿੰਡ ਦੇ ਵਿੱਚ। ਗੇਟਾਂ ਦੇ ਵਿੱਚ ਤਾਂ ਕੰਬਾਈਨ ਅੜ ਗਈ, ਕਦੀ ਤੂੜੀ ਵਾਲਾ ਟਰੱਕ ਅੜ ਗਿਆ। ਗੇਟਾਂ ਨਾਲੋਂ ਜ਼ਿਆਦਾ ਲੋੜ ਹੈ ਲਾਇਬ੍ਰੇਰੀਆਂ ਦੀ, ਕਿਉਂਕਿ ਗੇਟ, ਮੇਰਾ ਕਹਿਣ ਤੋਂ ਬਾਅਦ, ਜਿਹੜੇ ਲੋਕੀ ਪਿੰਡ ਵਾਲੇ ਬਜ਼ੁਰਗਾਂ ਦੀ ਕੋਈ ਯਾਦ ਵਿੱਚ, ਕੋਈ ਕਿਸੇ ਸ਼ਹੀਦ ਦੀ ਯਾਦ ਵਿੱਚ, ਇਹ ਇੱਕ ਰਿਵਾਜ ਸਾਡੇ ਪੰਜਾਬ 'ਚ, ਮੈਂ ਕਹਿੰਦਾ ਇਹ ਗਲਤ ਹੈ। ਤੁਸੀਂ 5-5 ਲੱਖ ਰੁਪਈਆ ਗੇਟ ਤੇ ਲਾਤਾ ਵੀ ਫਲਾਣੇ ਦੀ ਯਾਦ ਵਿੱਚ ਆ, ਪਰ ਉਹਦੀ ਯਾਦ ਵਿੱਚ ਲਾਇਬ੍ਰੇਰੀ ਕਿਉਂ ਨਹੀਂ ਹੋ ਸਕਦੀ? ਮਤਲਬ ਸਾਡਾ ਜਿਨ੍ਹਾਂ ਦਾ ਗੁਰੂ ਹੀ ਸ਼ਬਦ ਹੋਵੇ, ਜਿਨ੍ਹਾਂ ਨੂੰ ਏਡਾ ਵੱਡਾ ਸਾਹਿਤ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੋਵੇ, ਉਸ ਕੌਮ ਦੇ ਵਾਰਸਾਂ ਨੂੰ ਤੇ ਪੁਸਤਕਾਂ ਨਾਲ ਤੇ ਲਾਇਬ੍ਰੇਰੀਆਂ ਨਾਲ ਪਿਆਰ ਹੋਣਾ ਚਾਹੀਦਾ। ਤਾਂ ਸੈਨਾਪਤੀ ਕਵੀ ਨੇ ਜਦੋਂ ਅਨੁਵਾਦ ਕੀਤਾ, ਤੇ ਮੈਂ ਇੱਕ ਗੱਲ ਕਰਦਾ ਹੁੰਦਾ ਵੀ ਜਿਹੜਾ ਆ ਗਏ ਨੇ, ਹਾਂਜੀ, ਅੱਛਾ, ਉਹ ਕਹਿੰਦਾ ਵੀ ਰਾਜਿਆਂ ਮਹਾਰਾਜਿਆਂ ਕੋਲ ਜਾਂ ਬੰਦਿਆਂ ਕੋਲ, ਕਹਿੰਦਾ ਕੁੱਤੇ ਵਾਲੇ ਗੁਣ ਹੋਣੇ ਚਾਹੀਦੇ। ਕੁੱਤੇ ਬਾਰੇ ਵੈਸੇ ਮੇਰੇ ਕਾਫੀ ਲੋਕਾਂ ਤੋਂ ਮਹਿਸੂਸ ਕੀਤਾ, ਬਹੁਤ ਕੁਝ ਲਿਖਿਆ ਗਿਆ। ਕਾਰਨ ਕੀ ਹੈ? ਕਾਰਨ ਇਹ ਕਹਿੰਦੇ ਕਿ ਉਹ ਚਾਣਕੀਆ ਪੰਡਤ ਕਹਿੰਦਾ ਵੀ ਸਭ ਤੋਂ ਵੱਧ ਗੁਣ ਉਹਨੇ ਕੁੱਤੇ 'ਚ ਲਿਖੇ। ਕਹਿੰਦਾ ਇਹ ਮਨੁੱਖ ਵਿੱਚ ਗੁਣ ਹੋਣੇ ਚਾਹੀਦੇ। ਕਹਿੰਦਾ ਸੁਆਮੀ ਭਗਤ, ਚੇਤਨ ਤੁਰਤ, ਅਲਪ ਨੀਂਦ, ਬਲਵਾਨ, ਖਾਏ ਬਹੁਤ, ਸੰਤੋਖ ਸੇ, ਇਹ ਖੱਟ ਗੁਣ ਮੈਂ ਸੁਆਨ। ਕਹਿੰਦਾ ਕੁੱਤਾ ਸਭ ਤੋਂ ਵੱਡਾ ਵਫਾਦਾਰ ਹੈ ਮਾਲਕ ਦਾ, ਸੁਆਮੀ ਭਗਤ ਆਪਣੇ ਮਾਲਕ ਦਾ ਵਫਾਦਾਰ। ਕਹਿੰਦਾ ਬੰਦਾ ਆਪਣੇ ਧਰਮ ਦਾ, ਆਪਣੇ ਗੁਰੂ ਦਾ, ਆਪਣੀ ਧਰਤੀ ਦਾ, ਆਪਣੇ ਸੱਭਿਆਚਾਰ ਦਾ ਵਫਾਦਾਰ ਹੋਣਾ ਚਾਹੀਦਾ ਜਿੰਨਾ, ਕਿਉਂਕਿ ਸਭ ਤੋਂ ਵੱਧ ਵਫਾਦਾਰੀ ਕੁੱਤੇ ਦੀ ਗਿਣੀ ਗਈ। ਸ਼ਲੋਕ ਮਹਲਾ 9 ਵਿੱਚ ਹੁੰਦਾ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨੀ ਨਿਤ। ਸਵਾਨ ਸੰਸਕ੍ਰਿਤ 'ਚ ਆਪਾਂ ਕੁੱਤੇ ਨੂੰ ਕਹਿੰਦੇ। ਕਹਿੰਦੇ ਜਿਵੇਂ ਮਾਲਕ ਦਾ ਦਰ ਕੁੱਤਾ ਨਹੀਂ ਛੱਡਦਾ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਉਹ ਆਪਣੇ ਮਾਲਕ ਦੀ ਸਿਮਰਤੀ 'ਚ ਜਿਉਂਦਾ, ਇਵੇਂ ਬੰਦੇ ਨੂੰ ਅਕਾਲ ਪੁਰਖ ਦੀ ਸਿਮਰਤੀ ਜਿਉਣਾ ਜ਼ਰੂਰੀ ਹੈ। ਪਰ ਇਹਦੇ ਔਗਣ ਵੀ ਨੇ, ਪਰ ਉਹਨੇ ਗੁਣਾਂ ਦੀ ਗੱਲ ਕੀਤੀ ਹੈ। ਕਹਿੰਦਾ ਸੁਆਮੀ ਭਗਤ ਚੇਤਨ ਤੁਰਤ, ਕਹਿੰਦਾ ਮਨੁੱਖ ਬਹੁਤ ਚਕੰਨਾ ਹੋਣਾ ਚਾਹੀਦਾ, ਜਿਵੇਂ ਕੁੱਤਾ ਚਕੰਨਾ ਹੁੰਦਾ। ਕਿਉਂਕਿ ਸਾਡਾ ਲੋਕ ਖਾਣਾ ਕਾਂ ਕਰਾੜ ਕੁੱਤੇ ਦਾ, ਵਸਾ ਨਾ ਖਾਈਏ ਸੁੱਤੇ ਦਾ। ਕਾਂ ਤੇ ਕਰਾੜ ਹੱਟੀ ਦੇ ਵਿੱਚ ਬਾਣੀਆਂ ਸੁੱਤਾ ਹੋਵੇ, ਮਤ ਸੋਚੋ ਵੀ ਉਹਦੀ ਗੋਲਕ ਚੋਂ ਤੁਸੀਂ ਕੁਝ ਲੈ ਜਾਓਗੇ ਜਾਂ ਉਹਦੇ ਕਿਸੇ ਫੁੱਲੀਆਂ ਵਾਲੇ ਲਿਫਾਫੇ ਚੋਂ ਕੱਢ ਲਓਗੇ, ਉਹ ਜਾਗਦਾ ਹੀ ਹੁੰਦਾ। ਤੁਸੀਂ ਖੜਕਾ ਕਰੋਗੇ, ਕਰਾੜ ਯਕਦਮ ਚਕੰਨਾ ਹੁੰਦਾ। ਤਾਂ ਕੁੱਤੇ ਦਾ ਵੀ ਸੁੱਤੇ ਦਾ ਕਹਿੰਦੇ ਵਸਾ ਨਾ ਕਰੋ, ਤੁਹਾਡਾ ਪੱਬ ਜੇ ਟਿਕਣਾ ਹੀ ਆ, ਖੜਕਾ ਹੋਣਾ, ਉੱਠ ਕੇ ਤੁਹਾਡੇ ਗਲ ਪੈ ਜਾਣਾ। ਚੇਤਨ ਤੁਰਤ ਅਲਪ ਨੀਂਦ, ਥੋੜੀ ਨੀਂਦ ਸੌਂਦਾ। ਕਹਿੰਦੇ ਬੰਦੇ 'ਚ ਗੁਣ ਹੋਣਾ ਚਾਹੀਦਾ, ਗੁਜ਼ਾਰੇ ਜੋਗੀ ਨੀਂਦ ਸੋਵੇ। ਬਲਵਾਨ, ਬਲਵਾਨ ਹੁੰਦਾ ਬੋਲਣ ਦੀ ਹਿੰਮਤ ਰੱਖਦਾ। ਹਾਥੀਆਂ ਦਾ ਝੁੰਡ ਵੀ ਆਉਂਦਾ ਹੋਵੇ, ਘੱਟੋ ਘੱਟ ਭੌਂਕਣ ਦੀ ਹਿੰਮਤ ਤੇ ਰੱਖਦਾ। ਸਾਡਾ ਕਿੰਨਾ ਸਮਾਜ ਆ, ਸਾਡੇ ਸਮਾਜ 'ਚ ਕਿੰਨੀਆਂ ਕ੍ਰਿਤੀਆਂ ਨੇ। ਕਈ ਵਾਰੀ ਇੱਕ ਬੱਸ ਵਿੱਚ 50 ਸਵਾਰੀਆਂ ਬੈਠੀਆਂ, ਉੱਚੀ ਆਵਾਜ਼ 'ਚ ਗੰਦੇ ਗੀਤ ਲੱਗੇ ਆ, 50 'ਚੋਂ ਕੋਈ ਉੱਠ ਕੇ ਬੋਲਣ ਦੀ ਹਿੰਮਤ ਨਹੀਂ ਕਰਦਾ ਵੀ ਭਾਈ ਇਹਦੇ ਵਿੱਚ ਹੋਰ ਵੀ ਤਾਂ ਪਰਿਵਾਰ ਬੈਠੇ ਨੇ, ਸਾਡੀਆਂ ਧੀਆਂ ਭੈਣਾਂ ਵੀ ਬੈਠੀਆਂ। ਪਰ ਬਹੁਤ ਘੱਟ ਵਾਰੀ ਤੁਹਾਨੂੰ ਮੌਕਾ ਮਿਲੇਗਾ ਜਿੱਥੇ ਕੋਈ ਬੋਲਣ ਦੀ ਹਿੰਮਤ ਰੱਖਦਾ ਹੋਵੇ। ਲੋਕ ਕਹਿੰਦੇ ਕੋਈ ਨਹੀਂ, ਅੱਜ ਕੱਲ੍ਹ ਇਹੋ ਚੱਲਦਾ, ਰੌਲਾ ਪਈ ਜਾਂਦਾ, ਬੰਦਾ ਜਰ ਲੈਂਦਾ। ਕਹਿੰਦਾ ਖਾਏ ਬਹੁਤ, ਖਾਂਦਾ ਕਹਿੰਦਾ ਕਈ ਵਾਰੀ ਆ, ਸੰਤੋਖ ਸੇ, ਪਰ ਖਾਂਦਾ ਸੰਤੋਖ ਨਾਲ ਹੈ। ਇਹ ਖੱਟ ਗੁਣ, ਇਹ 6 ਗੁਣ ਸਵਾਨ ਦੇ ਵਿੱਚ ਹੈ, ਕੁੱਤੇ ਦੇ ਵਿੱਚ ਹੈ। ਕਹਿੰਦਾ ਇਹ ਬੰਦੇ 'ਚ ਗੁਣ ਹੋਣੇ ਚਾਹੀਦੇ। ਹਾਲਾਂਕਿ ਉਹਨੇ ਸਾਰੇ ਜੀਵ ਜੰਤੂਆਂ ਦੀ ਫਿਲਾਸਫੀ ਦਿੱਤੀ ਹੈ। ਮੈਂ ਖਾਸ ਕਰਕੇ ਐਜੂਕੇਸ਼ਨ ਅਦਾਰਿਆਂ 'ਚ ਜਦੋਂ ਕਾਲਜਾਂ ਯੂਨੀਵਰਸਿਟੀਆਂ ਜਾਵਾਂ, ਮੈਂ ਕਿਹਾ ਜਿਉਂ ਅਸੀਂ ਪੜ੍ਹਨ ਲੱਗੇ, ਇੱਕ ਸ਼ਬਦ ਸਾਡੇ ਪ੍ਰਚਲਿਤ ਆ ਵੀ ਇਹਦਾ ਗਧਾ ਹੀ ਆ। ਉਹਨੇ ਗਧੇ ਦੇ ਗੁਣ ਬੰਦੇ 'ਚ ਦੱਸੇ। ਕਹਿੰਦਾ ਵੀ ਇਹ ਗਧੇ ਵਾਲੇ ਗੁਣ ਬੰਦੇ 'ਚ ਹੋਣੇ ਚਾਹੀਦੇ ਆ। ਕਹਿੰਦਾ ਸ਼ੀਤ ਊਸ਼ਣ ਸਿਰ ਪਰ ਸਹੇ, ਥਾਕੇ ਭਾਰ ਚਲਾਏ, ਸੰਤੋਖੀ ਚਾਰਾ ਚਰੇ, ਗਰਦਪ ਤੀਨ ਸੁਭਾਏ।
ਕਹਿੰਦਾ ਗਰਦਪ ਗਧੇ ਵਾਲੇ 3 ਗੁਣ ਬੰਦੇ 'ਚ ਹੋਣੇ ਚਾਹੀਦੇ ਆ। ਕਹਿੰਦਾ ਕਿਹੜੇ? ਕਹਿੰਦਾ ਸੀਤ, ਸੀਤ ਹੁੰਦੀ ਠੰਡ, ਊਸ਼ਣ ਕਹਿੰਦੇ ਗਰਮੀ ਨੂੰ। ਕਹਿੰਦੇ ਸੀਤ ਊਸ਼ਣ ਸਿਰ ਪਰਸ ਹੈ, ਇਹ ਨਾ ਠੰਡ ਦੀ ਪਰਵਾਹ ਕਰਦਾ ਨਾ ਗਰਮੀ ਦੀ ਪਰਵਾਹ ਕਰਦਾ। ਵੈਸੇ ਭਾਰਤੀ ਲੋਕ ਬਹਾਨੇਬਾਜ਼ ਨੇ, ਮੀਂਹ ਪੈ ਗਿਆ ਤਾਂ ਕੰਮ ਨਹੀਂ ਕਰਦੇ, ਧੁੱਪ ਚੜ੍ਹੀ ਤਾਂ ਕੰਮ ਨਹੀਂ ਕਰਦੇ, ਧੁੰਦ ਪੈ ਗਈ ਤਾਂ ਕਹਿੰਦੇ ਅੱਜ ਕੀ ਕੰਮ ਕਰਨਾ, ਧੁੰਦ ਪੈ ਗਈ ਹੈ। ਮਤਲਬ ਇਹ ਰੁੱਤ ਨਾਲ ਬਹਾਨਾ ਲੱਭਦੇ ਨੇ। ਕਹਿੰਦਾ ਇਹ ਠੰਡ ਦੀ ਤੇ ਗਰਮੀ ਦੀ ਪਰਵਾਹ ਨਹੀਂ ਕਰਦਾ। ਥੱਕੇ ਭਾਰ ਚਲਾਏ, ਥੱਕਿਆ ਹੋਇਆ ਵੀ ਭਾਰ ਢੋਈ ਜਾਂਦਾ ਵੀ ਜੇ ਮਾਲਕ ਨੇ ਹੁਣ ਲਾਦੀ ਦਿੱਤਾ ਤੇ ਕਿਸੇ ਸਿਰੇ ਲਾਉਣਾ ਹੀ ਆ। ਸੰਤੋਖੀ ਚਾਰਾ ਚਰੇ, ਸੰਤੋਖ ਦੇ ਨਾਲ ਜੋ ਮਾਲਕ ਪਾਉਂਦਾ ਚਾਰਾ ਚਰ ਲੈਂਦਾ। ਗਰਦਪ ਤੀਨ ਸੁਭਾਏ, ਕਹਿੰਦਾ ਗਧੇ ਵਾਲੇ 3 ਗੁਣ ਬੰਦੇ 'ਚ ਹੋਣੇ ਚਾਹੀਦੇ ਆ। ਵੇਖੋ ਫਿਲਾਸਫੀ ਹੈ ਦੁਨੀਆ ਦੀ। ਇਹ ਫਿਲਾਸਫੀ ਕਿਉਂਕਿ ਜੀਵ ਜੰਤੂ ਸਾਡੇ ਲਾਗੇ ਨੇ। ਜਦੋਂ ਅਸੀਂ ਗੁਰਮੁਖੀ ਲਿਪੀ ਵੀ ਸਿਖਾਈ, ਹੁਣ ਪੰਜਾਬ 'ਚ ਊਠ ਕਿਤੇ ਨਹੀਂ ਆ, ਪਰ ਫਿਰ ਵੀ ਸਾਡਾ ਊੜਾ ਊਠ ਆ, ਕਿਉਂਕਿ ਚਿੱਤਰ ਤੋਂ ਬਿਨਾਂ ਲਿਪੀ ਸਮਝ ਨਹੀਂ ਆਉਂਦੀ, ਭਾਸ਼ਾ ਸਮਝ ਨਹੀਂ ਆਉਂਦੀ। ਭਾਵੇਂ ਇਸ ਧਰਤੀ ਤੇ ਊਠ ਨਹੀਂ ਰਹਿ ਗਿਆ, ਤੇ ਸਾਡੇ ਮਾਲਵੇ ਵਾਲੇ ਕਹਿੰਦੇ ਸਾਨੂੰ ਬੋਤਾ, ਸਾਡੇ ਊਠ ਨਹੀਂ ਸੀ ਕੋਈ ਕਹਿੰਦਾ। ਤੁਸੀਂ ਜਿੰਨੇ ਗਾਣੇ ਸੁਣੋਗੇ, ਜਿੰਨੇ ਬੋਲੀਆਂ ਨੇ, ਸਾਰੀਆਂ ਬੋਤੇ ਉੱਤੇ ਹੈ। ਤੇ ਮੈਂ ਕਹਿੰਦਾ ਭਾਸ਼ਾ ਦੀ ਇੰਪੋਰਟੈਂਸ ਕੀ ਹੈ। 2-3 ਮਹੀਨੇ ਮਲਵਈਆਂ ਬਾਰੇ ਪ੍ਰਚਲਿਤ ਸੀਗਾ ਵੀ ਮਾਸਟਰ ਕਹਿੰਦਾ ਊੜਾ ਊਠ, ਇਹ ਕਹਿਣਗੇ ਊੜਾ ਬੋਤਾ। ਬੱਚੇ ਇਸ ਲਈ ਕੁੱਟ ਖਾ ਰਹੇ ਕਿ ਉਹਨਾਂ ਦੇ ਘਰ 'ਚ ਬੋਤਾ ਕਿਹਾ ਜਾਂਦਾ, ਊਠ ਕੋਈ ਕਹਿੰਦਾ ਨਹੀਂ ਆ। ਇਹ ਹੁਣ ਊਠ ਹੈ ਨਹੀਂ, ਪਰ ਸਾਡੇ ਕੋਲ ਊੜੇ ਦੇ ਬਦਲਾਅ ਵਿੱਚ ਅੱਖਰ ਵੀ ਕੋਈ ਨਹੀਂ। ਸਿੰਗਾਪੁਰ ਵਾਲਿਆਂ ਨੇ ਕਾਇਦੇ ਬਣਾਏ ਨੇ ਊੜਾ ਓੰਕਾਰ, ਪਰ ਹੁਣ ਅਸੀਂ ਅਸਲ ਵਿੱਚ ਹੈ ਕਿ ਅਸੀਂ ਤਾਂ ਪਿਕਚਰ ਨਾਲ ਊੜਾ ਸਿਖਾਉਣਾ, ਤੇ ਓੰਕਾਰ ਨਾਲ ਊੜਾ ਨਹੀਂ ਸਿਖਾਇਆ ਜਾ ਸਕਦਾ, ਕਿਉਂਕਿ ਉਹਦੇ ਲਈ ਜਿਵੇਂ ਏ ਫਾਰ ਐਪਲ, ਐਪਲ ਦੀ ਪਿਕਚਰ ਹੋਏਗੀ ਤਾਂ ਬੱਚਾ ਐਪਲ ਨੂੰ ਦੇਖ ਕੇ ਇਹ ਸਿੱਖੇਗਾ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਹੜੀ ਕੋਈ ਭਾਸ਼ਾ ਹੋਵੇ, ਕਿਸੇ ਧਰਤੀ ਦਾ ਜੋ ਰਹਿਣ ਸਹਿਣ ਹੋਵੇ, ਉਹਦੇ ਵਿੱਚੋਂ ਜੋ ਸਮਝ ਆਉਂਦਾ ਨਾ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਇਹ ਹੁਣ ਸਹਿਜ ਭਾਵੀ ਸ਼ਬਦ ਨਹੀਂ ਹੈ ਕਿ ਜਦੋਂ ਅਸੀਂ ਆਪਣੀ ਵਿਚਾਰ ਸ਼ਕਤੀ ਨੂੰ ਹਾਲੀ ਬਣਾਵਾਂਗੇ। ਅਸਲ ਵਿੱਚ ਸਾਡੀ ਵਿਚਾਰ ਸ਼ਕਤੀ ਹੀ ਸਾਡੀ ਸਾਰੀ ਸ਼ਕਤੀ ਹੈ। ਇਹ ਵੱਖਰੀ ਗੱਲ ਆ, ਪੰਜਾਬੀਆਂ ਨੂੰ ਕਹਿ ਦਿੰਦੇ ਸ਼ੇਰ ਦਿਲ ਪੰਜਾਬੀ। ਦਿਲ ਕਿਸੇ ਦਾ ਸ਼ੇਰ ਨਹੀਂ ਹੁੰਦਾ, ਅਸਲ ਵਿੱਚ ਬੰਦੇ ਦਾ ਮਨ ਸ਼ੇਰ ਹੁੰਦਾ, ਬੰਦੇ ਦੀ ਵਿਚਾਰ ਸ਼ਕਤੀ ਸ਼ੇਰ ਹੁੰਦੀ ਹੈ। ਜਦੋਂ ਬੰਦੇ ਦੇ ਵਿਚਾਰ ਬਦਲਦੇ ਆ, ਉਦੋਂ ਹੀ ਉਹ ਦਲੇਰ ਆ, ਉਦੋਂ ਹੀ ਉਹ ਯੋਧਾ, ਉਦੋਂ ਹੀ ਬਹਾਦਰ ਹੈ। ਤੇ ਜੇ ਵਿਚਾਰ ਮਾੜੇ ਨੇ ਤੇ ਉਹ ਡਰਪੋਕ ਆ, ਉਹੀ ਨਿਕੰਮਾ, ਉਹੀ ਆਲਸੀ ਆ। ਲਾਇਕ ਨਲਾਇਕ ਦੀ ਕੋਈ ਪਰਿਭਾਸ਼ਾ ਨਹੀਂ, ਉਹਦੀ ਵਿਚਾਰ ਸ਼ਕਤੀ ਤੇ ਆਧਾਰਿਤ ਹੈ। ਸਤਿਗੁਰੂ ਕਹਿੰਦੇ ਕਿ ਸਮਾਜ ਜਦੋਂ ਵਿਚਾਰ ਬਦਲੇਗਾ, ਜਦੋਂ ਆਪਣੇ ਮਨ ਬਦਲੇਗਾ, ਮਨ ਜੀਤੈ ਜਗ ਜੀਤ। ਜਗ ਨੂੰ ਜਿੱਤਣ ਵਾਸਤੇ ਮਨ ਦੀ ਸ਼ਕਤੀ, ਮਨ ਨੂੰ ਜਿੱਤਣਾ ਜ਼ਰੂਰੀ ਹੈ। ਤੇ ਮਨ ਦੀ ਖੁਰਾਕ ਜੋ ਹੈ, ਸਾਡੇ ਚੰਗੇ ਖਿਆਲਾਤ, ਸਾਡੀ ਚੰਗੀ ਸੁਸਾਇਟੀ, ਚੰਗੀ ਸੰਗਤ, ਚੰਗੀ ਵਿਚਾਰ, ਚੰਗੀ ਕਥਾ ਵਿਖਿਆਨ, ਆਸ਼ਾਵਾਦੀ ਸੋਚ, ਚੜ੍ਹਦੀ ਕਲਾ ਵਾਲੀਆਂ ਗੱਲਾਂ, ਸਰਬੱਤ ਦੇ ਭਲੇ ਵਾਲੀਆਂ, ਵਿਵੇਕੀ ਸੁਭਾਅ, ਕਿ ਜਿਹਦੇ ਵਿੱਚ ਅਸੀਂ ਸੱਤ ਤੇ ਅਸੱਤ ਦਾ ਨਖੇੜਾ ਕਰ ਸਕੀਏ। ਇਹ ਸਾਡੇ ਬੜੇ ਬੋਲ ਜਿਹੜੇ ਬੜੇ ਬਲਵਾਨ ਨੇ। ਮੈਂ ਕਿਹਾ ਕਹਿੰਦਾ ਉਹਨੂੰ ਕਿਸੇ ਦੇ ਘਰ ਨਿਹੰਗ ਸਿੰਘ ਚਲੇ ਗਏ, ਉਹ ਕਹਿੰਦੇ ਬਾਬਾ ਜੀ ਖੀਰ ਖਾਓਗੇ? ਉਹ ਕਹਿੰਦੇ ਖਾਂਦੀਆਂ ਤਾਂ ਡੈਣਾ ਹੁੰਦੀਆਂ, ਅਸੀਂ ਤਾਂ ਛਕਾਂਗੇ। ਹੁਣ ਖਾਣ ਵਿੱਚ ਤੇ ਛਕਣ ਵਿੱਚ ਬਹੁਤ ਵੱਡਾ ਅੰਤਰ ਹੈ। ਪੱਗ ਬੰਨਣੀ ਤੇ ਦਸਤਾਰ ਸਜਾਉਣੀ, ਇਹ ਜਿਹੜੇ ਸਾਡੇ ਬਾਬਿਆਂ ਨੇ ਖਾਲਸਾ ਹੀ ਬੋਲੇ ਸਿਰਜੇ ਆ। ਇਹਦੇ ਵਿੱਚ ਆਪਣੇ ਆਪ ਵਿੱਚ ਹੀ ਚੜ੍ਹਦੀ ਕਲਾ ਹੈ ਕਿ ਖਾਣਾ ਤਾਂ ਡੈਣਾ ਵੀ ਖਾਣ ਪੈਂਦੀਆਂ ਨੇ, ਛਕਣਾ ਇੱਕ ਸੋਝ ਹੈ। ਬੰਨਣੀ, ਅਸੀਂ ਮੱਝ ਵੀ ਬੰਨਦੇ ਹਾਂ, ਬਲਦ ਵੀ ਬੰਨਦੇ ਹਾਂ, ਤੂੜੀ ਵਾਲਾ ਕੁੱਪ ਵੀ ਬੰਨਦੇ ਹਾਂ, ਗੱਡਾ ਵੀ ਬੰਨਦੇ ਹਾਂ। ਸਜਾਉਣੀ, ਤਾਜ ਨੂੰ ਬੰਦਾ ਸਜਾਉਂਦਾ। ਇਹ ਸਹਿਜ ਭਾਵੀ ਸ਼ਬਦ ਨਹੀਂ ਹੈ। ਇਸ ਲਈ ਸਾਡਾ ਲੋਕ ਭਾਸ਼ਾ ਹੈ, ਮੈਂ ਦਸਤਾਰ ਸਜਾ ਰਿਹਾ। ਹੁਣ ਦਸਤਾਰ ਦੇ ਗਾਂਹ ਬੜੇ ਦਸਤਮੀਨਦ ਹੱਥ, ਹੱਥ ਨਾਲ ਸਜਾ ਕੇ ਬੱਧਾ ਹੋਇਆ ਬਸਤਰ, ਉਹ ਦਸਤਾਰ ਹੈ। ਪੱਗ ਵੀ ਹੈ, ਪਗੀਆ ਵੀ ਹੈ, ਟਰਬਨ ਵੀ ਹੈ। ਪਹਿਲਾ ਸ਼ਬਦ ਹੈ ਉਸ਼ਣੀਸ਼, ਪੱਗ ਵਾਸਤੇ। ਉਸ਼ਣ ਕਹਿੰਦੇ ਗਰਮੀ ਨੂੰ। ਸੰਸਕ੍ਰਿਤ ਵਿੱਚ ਪਹਿਲਾ ਸ਼ਬਦ ਉਸ਼ਣੀਸ਼ ਆਇਆ। ਗਰਮੀ ਤੋਂ ਬਚਾਉਣ ਵਾਲਾ ਕੱਪੜਾ ਜਿਹੜਾ ਬੰਦੇ ਨੇ ਸਿਰ ਤੇ ਬੱਧਾ, ਉਹਨੂੰ ਹੀ ਫਿਰ ਆਪਾਂ ਪੱਗ, ਪਗੀਆ, ਟਰਬਨ ਜਾਂ ਇਹ ਦਸਤਾਰ ਕਿਹਾ। ਇਸ ਲਈ ਇਹ ਜਿਹੜੇ ਖਾਲਸਾ ਹੀ ਬੋਲੇ ਸਨ, ਇਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਆ ਕੇ ਇੱਕ ਸਾਨੂੰ ਬਲ ਦਿੱਤਾ ਕਿ ਕੱਲਾ ਨਹੀਂ ਹੈ, 1.25 ਲੱਖ ਹੈ। ਬੋਲਾ ਨਹੀਂ ਹੈ, ਚਬਾਰੇ ਚੜਿਆ ਹੈ। ਬਾਹੋਂ ਟੁੰਡਾ ਨਹੀਂ ਹੈ, ਲੱਖ ਬਾਹਾ ਹੈ। ਲੰਗਾ ਕੇ ਨਹੀਂ ਤੁਰਦਾ, ਸਚਾਲਾ ਸਿੰਘ ਹੈ। ਸਚਾਲਾ ਤਾਂ ਹੁੰਦਾ ਬੜੀ ਸੋਹਣੀ ਚਾਲ ਵਾਲਾ। ਮਤਲਬ ਇਹਦੇ ਵਿੱਚ ਇੱਕ ਬਲ ਭਰਿਆ, ਬਾਬਿਆਂ ਨੇ ਇੱਕ ਬਲ ਭਰਿਆ ਕਿ ਸਾਡੇ ਸਿੱਖ ਸੱਭਿਆਚਾਰ ਦੇ ਬੋਲਿਆਂ ਵਿੱਚ ਵੀ ਇੱਕ ਬਹੁਤ ਵੱਡਾ ਦਮ ਹੈ। ਔਰ ਉਹ ਦਮ ਸਾਡੀ ਮਾਨਸਿਕ ਬਲਵਾਨਤਾ ਵੀ ਹੈ, ਸਾਡੀ ਵਿਰਾਸਤ ਵੀ ਹੈ, ਸਾਡੀ ਚੜ੍ਹਦੀ ਕਲਾ ਵੀ ਹੈ, ਸਾਡੀ ਹੋਂਦ ਵੀ ਹੈ, ਸਾਡਾ ਭਰੋਸਾ ਵੀ ਹੈ। ਸਮਾਂ ਹੋ ਗਿਆ, ਇੱਕ ਗੱਲ ਕਰਕੇ ਸਮਾਪਤੀ ਕਰਦਾ। ਸੋਹਣ ਸਿੰਘ ਸੀਤਲ ਨੇ
ਭੰਗਾਣੀ ਦੇ ਯੁੱਧ ਦਾ ਹਾਲ ਲਿਖਿਆ ਹੈ। ਕਹਿੰਦੇ ਜਦੋਂ ਭੰਗਾਣੀ ਦਾ ਯੁੱਧ ਹੋਇਆ, ਕਲਗੀਧਰ ਪਾਤਸ਼ਾਹ ਜੀ ਦੀ ਸੰਸਾਰੀ ਉਮਰ 20-22 ਸਾਲ ਬਣਦੀ ਹੈ। ਕਹਿੰਦੇ ਇੱਕ ਸਿੱਖ ਸਣ ਮਿਆਨੇ ਲੜੀ ਜਾਵੇ, ਕਿਸੇ ਨੇ ਪਿੱਛੋਂ ਆਵਾਜ਼ ਮਾਰੀ, ਉਹ ਭੱਲਿਆ ਮਾਨਸਾ ਉਹ ਮਿਆਨ ਚੋਂ ਤੇਗ ਤੇ ਕੱਢ ਲਾ। ਕਹਿੰਦਾ ਉਸ ਸਿੱਖ ਨੇ ਜਵਾਬ ਦਿੱਤਾ, ਕਹਿੰਦਾ ਨਾ ਮੈਂ ਲੜਨਾ, ਨਾ ਤਲਵਾਰ ਨੇ ਲੜਨਾ, ਲੜਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਨੇ ਲੜਨਾ। ਜਦੋਂ ਬਖਸ਼ਿਸ਼ ਹੋਈ ਅਸੀਂ ਸਣ ਮਿਆਨੇ ਵੀ ਜੰਗ ਜਿੱਤ ਜਾਣਾ, ਜ਼ਰੂਰੀ ਨਹੀਂ ਕਿ ਮਿਆਨ ਚੋਂ ਤਲਵਾਰ ਕੱਢਾਂ। ਸੀਤਲ ਜੀ ਕਹਿੰਦੇ ਹੁੰਦੇ ਸਨ, ਮੈਂ ਇਹਨੂੰ ਕਹਿੰਦਾ ਭਰੋਸਾ, ਜਿਹਦਾ ਇੰਨਾ ਭਰੋਸਾ ਨਾ ਵੀ ਮੈਂ ਨਹੀਂ ਜੰਗ ਲੜ ਰਿਹਾ, ਨਾ ਮੇਰੀ ਤਲਵਾਰ ਲੜ ਰਹੀ ਹੈ, ਲੜ ਰਹੀ ਹੈ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ। ਜਿਹਦੇ ਵਿੱਚ ਇੰਨਾ ਭਰੋਸਾ ਹੋਵੇ ਨਾ, ਅਸਲ ਵਿੱਚ ਅਸੀਂ ਉਹ ਭਰੋਸਾ ਦਾਨ ਮੰਗਦੇ ਹਾਂ। ਵਸਾਹ ਹੁੰਦਾ ਵਕਤੀ, ਵਸਾਹ ਨਾਲ ਤੇ ਵਸਾਘਾਤ ਸ਼ਬਦ ਵੀ ਜੁੜਿਆ, ਪਰ ਭਰੋਸੇ ਨਾਲ ਭਰੋਸਾਘਾਤ ਸ਼ਬਦ ਨਹੀਂ ਹੈਗਾ। ਭਰੋਸਾ ਅੰਤਮ ਸੱਚ ਹੁੰਦਾ। ਵਸਾਹ ਅਸੀਂ ਵਕਤੀ, ਠੱਗ ਵੀ ਸਾਨੂੰ ਵਸਾਹ ਦੇ ਕੇ ਠੱਗੀ ਮਾਰ ਜਾਂਦੇ ਨੇ। ਕਿੰਨੀਆਂ ਫਾਈਨੈਂਸ ਕੰਪਨੀਆਂ, ਕਿੰਨੇ ਦਵਾਈਆਂ ਵੇਚਣ ਵਾਲੇ, ਲੋਹੇ ਤੋਂ ਸੋਨਾ ਬਣਾਉਣ ਵਾਲੇ ਬੜੇ ਬੜੇ ਲੋਕ, ਰੋਜ਼ਾਨਾ ਹੀ ਠੱਗੀਆਂ ਦੀਆਂ ਖਬਰਾਂ ਆਉਂਦੀਆਂ ਨੇ। ਪਰ ਭਰੋਸਾ ਅੰਤਮ ਸੱਚ ਹੁੰਦਾ। ਸਤਿਗੁਰ ਮੇਰਾ ਮਾਰਜ ਵਾਲੇ, ਉਹ ਜਿਹੜਾ ਭਰੋਸਾ, ਉਹ ਸਾਡੇ ਉਸ ਸਿੱਖ ਸੱਭਿਆਚਾਰ ਦਾ ਹਿੱਸਾ ਹੈ ਕਿ ਜਿਹੜਾ ਆਪਣੇ ਗੁਰੂ ਤੇ ਭਰੋਸਾ, ਇਤਿਹਾਸ ਤੇ ਭਰੋਸਾ, ਵਿਰਸੇ ਤੇ ਭਰੋਸਾ, ਭਾਸ਼ਾ ਤੇ ਭਰੋਸਾ, ਆਪਣੀ ਹੋਂਦ ਤੇ ਭਰੋਸਾ, ਉਹ ਜਿਹੜਾ ਭਰੋਸਾ ਅਸਲ ਵਿੱਚ ਸਾਰੇ ਜੰਗ ਜੇ ਜਿੱਤੇ ਹੈ, ਜੇ ਦੁਨੀਆ ਭਰ ਵਿੱਚ ਸਾਡੀ ਹੋਂਦ ਬਰਕਰਾਰ ਹੈ, ਤੇ ਉਹ ਭਰੋਸੇ ਵਾਲੇ ਜਿਨ੍ਹਾਂ ਦੀ ਅਸੀਂ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ। ਕਿਉਂਕਿ ਧਿਆਨ ਵੀ ਇੱਕ ਕਲਾ ਹੈ ਤੇ ਗਿਆਨ ਵੀ ਇੱਕ ਕਲਾ ਹੈ। ਮੈਂ 16 ਕਲਾ ਤੇ ਇੱਕ ਵੱਖਰਾ ਲੈਕਚਰ ਕਰਦਾ ਹੁੰਦਾ। ਕਲਾ ਦਾ ਅਰਥ ਹੈ ਸ਼ਕਤੀ, ਕਲਾ ਦਾ ਅਰਥ ਹੈ ਆਰਟ, ਤੇ ਇਹ ਧਿਆਨ ਇੱਕ ਉਹ ਦਿਮਾਗੀ ਸ਼ਕਤੀ ਹੈ ਜਿਹਦੇ ਤੇ ਅੱਜ ਕੱਲ੍ਹ ਰਿਸਰਚ ਚੱਲਦੀ ਹੈ ਵੀ ਧਿਆਨ ਸੂਤਰ। ਜਦੋਂ ਅਸੀਂ 5 ਗਿਆਨ ਤੇ ਕਰਮ ਇੰਦਰੀਆਂ ਨੂੰ ਇਕਾਗਰ ਕਰਕੇ ਕੋਈ ਕੰਮ ਕਰਦੇ ਹਾਂ, ਚਾਹੇ ਪਾਠ ਕਰਦੇ ਹਾਂ, ਚਾਹੇ ਅਸੀਂ ਸਕੂਲ ਦਾ ਲੈਸਨ ਯਾਦ ਕਰਦੇ ਹਾਂ, ਯੂਨੀਵਰਸਿਟੀ ਦਾ ਕਰਦੇ ਹਾਂ, ਬੁੱਕ ਪੜ੍ਹਦੇ ਹਾਂ, ਉਹ ਸਾਡੇ 5 ਗਿਆਨ ਇੰਦਰੇ ਤੇ 5 ਕਰਮ ਇੰਦਰੇ ਜਦੋਂ ਇੱਕ ਸੁਰ ਹੁੰਦੇ ਆ, ਅਸਲ ਵਿੱਚ ਉਹ ਦਿਮਾਗੀ ਸ਼ਕਤੀ ਹੁੰਦੀ ਹੈ। ਇਸੇ ਲਈ ਅਸੀਂ ਕਹਿੰਦੇ ਧਿਆਨ ਧਰ ਕੇ, ਧਿਆਨ ਨਾਲ ਸੁਣੋ ਜੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਅਸਲ ਵਿੱਚ ਉਹ ਧਿਆਨ ਇੱਕ ਸ਼ਕਤੀ ਹੈ, ਇੱਕ ਕਲਾ ਹੈ, ਜਿਹਦੇ ਉੱਤੇ ਮਾਡਰਨ ਰਿਸਰਚ ਵੀ ਹੈ ਕਿ ਮਨੁੱਖ ਜਦ ਇੱਕ ਸੁਰ ਹੁੰਦਾ, ਚਾਹੇ ਉਹ ਨਿਤਨੇਮ ਕਰਦਾ ਹੈ, ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਕੋਈ ਕੰਮ ਵੀ ਕਰਦਾ ਹੈ, ਉਹਦੀ ਜਿਹੜੀ ਆ ਫਤਿਹ ਹੋਣੀ ਹੀ ਹੋਣੀ ਆ, ਕਿਉਂਕਿ ਉਹਦਾ ਧਿਆਨ ਉਹਦੇ ਵਿੱਚ ਹੁੰਦਾ। ਇਸ ਲਈ ਸਤਿਗੁਰੂ ਰਹਿਮਤ ਕਰਨ ਕੇ ਤੁਸੀਂ ਬਹੁਤ ਵਧੀਆ ਬੜੇ ਦਿਨਾਂ ਤੋਂ ਪ੍ਰੋਗਰਾਮ ਲਿਖੇ ਆ ਸਮੂਹ ਗੁਰਮੁਖ ਪਿਆਰਿਆਂ ਨੇ, ਤਾਂ ਤੁਹਾਨੂੰ ਸਦੀਵ ਕਾਲ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮੈਂ ਬਾਬਾ ਜੀ ਨਾਲ ਬਚਨ ਕਰ ਰਿਹਾ ਸੀ ਵੀ ਜੇ ਗੇਮਾਂ ਅੱਗੇ ਤੋਂ ਕਰਾਉਣੀਆਂ, ਸਾਡੀਆਂ ਬਹੁਤ ਗਰਾਊਂਡਾਂ ਨੇ, ਸਕੂਲ ਕੋਲੇ ਬਹੁਤ ਗਰਾਊਂਡਾਂ ਨੇ, ਤਾਂ ਤੁਸੀਂ ਹਫ਼ਤਾ ਭਰ ਵੀ ਕਰਾਉਣੀਆਂ, ਅਸੀਂ ਆਪਣੇ ਡੀਪੀ ਵੀ ਦੇਵਾਂਗੇ, ਅਸੀਂ ਆਪਣਾ ਪ੍ਰਬੰਧ ਵੀ ਤੁਹਾਨੂੰ ਨਾਲ ਦੇਵਾਂਗੇ। ਤੁਸੀਂ ਕੋਈ ਵੀ ਫੰਕਸ਼ਨ ਰੱਖਣਾ, ਤੁਹਾਡਾ ਆਪਣਾ ਸਕੂਲ ਹੈ, ਸਾਡੇ ਕੋਲੇ 2000 ਵਿਦਿਆਰਥੀ ਹੈ ਇਸ ਵਕਤ, ਅਸੀਂ ਇਸ ਤੋਂ ਵੀ ਅਗਲੀ ਬਿਲਡਿੰਗ ਦਾ ਪਸਾਰ ਕਰ ਰਹੇ ਹਾਂ। ਨਵੇਂ ਐਕਸਪੈਰੀਮੈਂਟ ਨੇ ਕਿ ਬੱਚਿਆਂ ਨੂੰ ਹਰ ਸਹੂਲਤ ਮਿਲੇ, ਸਿੱਖ ਬੱਚੇ ਨੂੰ ਮਹਿਸੂਸ ਹੋਵੇ ਕਿ ਸਾਡਾ ਆਪਣਾ ਅਦਾਰਾ ਹੈ। ਅਗਰ ਜ਼ਰੂਰਤ ਹੋਵੇ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸੇਵਾ ਹੋਵੇ, ਤੁਸੀਂ ਸਾਡੀਆਂ ਸੰਸਥਾ ਨੂੰ ਆਓ, ਸਾਡੀਆਂ ਪ੍ਰਬੰਧਕ ਵੀ ਹਮੇਸ਼ਾ ਹਾਜ਼ਰ ਨੇ, ਅਸੀਂ ਵੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਗੁਰੂ ਦਾ ਕਾਰਜ ਹੈ, ਗੁਰੂ ਨੇ ਕਰਾਉਣਾ ਥਾਪੀ ਦੇ ਕੇ ਜੀ ਤੋਂ ਕਰਾ ਲਿਆ, ਉਹਨੂੰ ਰਹਿਮਤਾਂ ਸਤਿਗੁਰੂ ਦੀਆਂ। ਇਹਨਾਂ ਕੁਝ ਕਹਿੰਦਾ ਹੋਇਆ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।